ਸੱਚੇ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜੁਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ਼੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦੁਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਧਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਹਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭੈ ਪ੍ਰਭਾਤ ਬਿਲੋਕ ਤੇ, ਨਿਜ ਨਿਜ ਥਾਏ ਛੁਪਾਏ। ਤੰਬੂ ਮਹਿ ਠਾਕੁਰ ਨਿਕਟ, ਖੋਲੀ ਗੋਨ ਬਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਮਿਲ ਕੇ ਬੈਠੀ ਗੁਰੂ ਕਾ ਖਾਸ ਰੂਪ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀ। ਸੱਚੇ ਪਾਤਸ਼ਾਹ ਮਹਾਰਾਜ ਨੇ ਅਤਿਅੰਤ ਬਖਸ਼ਿਸ਼ ਕਿਰਪਾ ਕੀਤੀ ਹੈ। 4 ਪਹਿਰ ਦਿਨ ਆਪਣੇ ਭਾਣੇ 'ਚ ਬਤੀਤ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਰਹਿੰਦੇ ਸੰਧਿਆ ਦੇ ਸਮੇਂ ਸੱਚੇ ਪਾਤਸ਼ਾਹ ਮਹਾਰਾਜ ਆਪਣਾ ਜਸ ਸਰਵਣ ਕਰਵਾ ਕੇ ਸਾਡਾ ਕਲਯੁਗੀ ਜੀਵਨ ਸਫਲਾ ਕਰ ਦੇਣ। ਇਹੀ ਮਹਾਰਾਜ ਨੂੰ ਬੇਨਤੀ ਹੈ ਸੱਚੇ ਪਾਤਸ਼ਾਹ ਕਿ ਮਨੁੱਖੀ ਦੇਹੀ ਦੇ ਅੰਦਰ ਤੁਸੀਂ ਆਪਣਾ ਭਜਨ ਕਰਵਾ ਕੇ, ਆਪਣਾ ਨਾਮ ਜਪਵਾ ਕੇ, ਆਪਣੀ ਗੁਰਬਾਣੀ ਪੜ੍ਹਾ ਕੇ, ਆਪਣਾ ਕੀਰਤਨ ਹਰੀ ਜਸ ਸਰਵਣ ਕਰਾ ਕੇ ਸਾਡਾ ਜੀਵਨ ਸਕਾਰਥਾ ਕਰੋ। ਕੱਲ ਤੋਂ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਪਵਿੱਤਰ ਜੀਵਨ ਜਿਹੜਾ ਚਮਕੌਰ ਦੀ ਗੜ੍ਹੀਆਂ ਦੇ ਅੰਦਰ, ਜੰਗ ਦੇ ਅੰਦਰ ਬਤੀਤ ਹੋਇਆ, ਉਹ ਕਥਾ ਇਤਿਹਾਸ ਸਰਵਣ ਕਰਨ ਦੇ ਲਈ ਕੱਲ ਤੋਂ ਲੜੀਵਾਰ ਕਥਾ ਗੁਰਦੁਆਰਾ ਸਕਾਰਬਰੋ ਵਿਖੇ ਸ਼ੁਰੂ ਕੀਤੀ ਹੈ। ਆਪ ਸਮੂਹ ਸਾਧ ਸੰਗਤ ਨੇ ਕੱਲ ਦੇ ਦੀਵਾਨਾਂ ਦੇ ਅੰਦਰ ਸਰਵਣ ਕੀਤਾ। ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੰਘਾਂ ਨੂੰ ਕਿਹਾ, ਸਿੰਘੋ ਕਿਲ੍ਹਾ ਅਸੀਂ ਨਹੀਂ ਛੱਡਣਾ। ਤੁਰਕਾਂ ਦੀਆਂ ਕਸਮਾਂ ਦੇ ਉੱਤੇ ਸਾਨੂੰ ਭਰੋਸਾ ਨਹੀਂ, ਪਹਾੜੀ ਰਾਜਿਆਂ ਦੇ ਉੱਤੇ ਸਾਨੂੰ ਭਰੋਸਾ ਨਹੀਂ। ਕਿਹਾ ਮਹਾਰਾਜ ਮਾਤਾ ਗੁਜਰੀ ਵੀ ਕਹਿ ਰਹੇ ਨੇ, ਮਸੰਦ ਕਹਿ ਰਹੇ ਨੇ ਕਿਲ੍ਹਾ ਛੱਡ ਦਈਏ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਪ੍ਰਤੱਖ ਰੂਪ ਵਿੱਚ ਦਿਖਾ ਦਿੱਤਾ ਜਦੋਂ 5000 ਗੜਬੈਲਾਂ ਦੇ ਉੱਤੇ ਘੋੜਿਆਂ ਦੀ ਲਿੱਦ, ਮਾਸ, ਚਮੜਾ ਇਤਿਆਦਿ ਕੂੜ ਕਬਾੜ ਸਾਰਾ ਹੀ ਅਨੰਦਪੁਰ ਦਾ ਗੱਡਿਆਂ ਤੇ ਲਦਵਾ ਕੇ ਕਿਲੇ ਤੋਂ ਬਾਹਰ ਘੱਲਿਆ ਤੇ ਉਸ ਤੇ ਪਹਾੜੀ ਰਾਜੇ, ਉਹਨਾਂ ਦੀ ਫੌਜ, ਤੁਰਕਾਂ ਦੀ ਫੌਜ ਤੇ ਤੁਰਕ ਟੁੱਟ ਕੇ ਪੈ ਗਏ। ਮਹਾਰਾਜ ਨੇ ਕਿਹਾ ਦੇਖ ਲਓ ਆਪਣੀ ਜਿਨ੍ਹਾਂ ਤੇ ਤੁਸੀਂ ਇਤਬਾਰ ਕਰਦੇ ਸੀਗੇ, ਜਿਹੜੇ ਤੁਹਾਨੂੰ ਠਾਕਰਾਂ ਦੀ ਕਸਮ ਖਾਂਦੇ ਸੀ, ਗਊ ਦੀ ਕਸਮ ਖਾਂਦੇ ਸੀ, ਪਾਕ ਕੁਰਾਨ ਸ਼ਰੀਫ ਦੀ ਕਸਮ ਖਾਂਦੇ ਸੀ, ਇਹ ਮਨੁੱਕਰ ਹੋ ਗਏ ਨੇ। ਹੁਣ ਅੱਜ ਉਹਨਾਂ ਨੇ ਮਹਾਰਾਜ ਦਾ ਜਿਹੜਾ ਧਨ ਲੁੱਟਿਆ ਹੋਇਆ ਆਪਣੇ ਡੇਰਿਆਂ 'ਚ ਰੱਖ ਲਿਆ। ਆਓ ਅੱਗੇ ਕਥਾ ਪ੍ਰੇਮ ਦੇ ਨਾਲ ਸਰਵਣ ਕਰੀਏ।
ਮਨ ਦੇ ਅੰਦਰ ਵਾਹਿਗੁਰੂ ਸ਼ਬਦ ਨੂੰ ਉਚਾਰਨ ਕਰਦੇ ਹੋਏ ਗੁਰੂ ਦੀ ਕਥਾ ਸੁਣੀਏ। ਖਾਲਸਾ ਜੀ, ਇਹ ਉਹ ਪਾਵਨ ਪਵਿੱਤਰ ਗੌਰਵਮਈ ਇਤਿਹਾਸ ਹੈ ਜੋ ਸੁਨਹਿਰੀ ਅੱਖਰਾਂ ਦੇ ਅੰਦਰ ਰਹਿੰਦੀ ਦੁਨੀਆ ਤੱਕ ਰਹਿਣਾ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਬਖਸ਼ਿਸ਼ ਦੇ ਤੀਰ ਜੰਗ ਦੇ ਅੰਦਰ ਚਲਾਏ ਨੇ, ਜਿਨ੍ਹਾਂ ਨੇ 10-10 ਹਜ਼ਾਰ ਦੀ ਤੁਰਕਾਂ ਦੀ ਫੌਜ ਨੂੰ ਜ਼ਖਮੀ ਕੀਤਾ ਹੈ, ਮੌਤ ਦੇ ਘਾਟ ਉਤਾਰਿਆ ਹੈ, ਉਹ ਤੀਰਾਂ ਦੀ ਕਥਾ ਹੈ। ਉਹ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਨੀਹਾਂ ਦੀ ਕਥਾ ਹੈ। ਧੰਨ ਧੰਨ ਬਾਬਾ ਅਜੀਤ ਸਿੰਘ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਦੇ ਚਮਕੌਰ ਗੁਰਦੁਆਰਾ ਕਤਲਗੜ੍ਹ ਸਾਹਿਬ ਜੂਝਣ ਦੀ ਕਥਾ ਹੈ। ਇਹ ਕਥਾ ਨੂੰ ਬੜੇ ਪ੍ਰੇਮ ਤੇ ਵਿਰਾਗ ਨਾਲ ਸੁਣੀਏ। ਸੱਚੇ ਪਾਤਸ਼ਾਹ ਨੂੰ ਬੇਨਤੀ ਕਰੀਏ, ਮਹਾਰਾਜ ਅਸੀਂ ਪੋਹ ਦੇ ਮਹੀਨੇ ਦੇ ਅੰਦਰ ਉਹ ਸ਼ਹਾਦਤ ਮਹਿਸੂਸ ਤਾਂ ਨਹੀਂ ਕਰ ਸਕਦੇ ਜੋ ਹੋਈ ਸੀ, ਪਰ ਤੁਹਾਡੀ ਕਿਰਪਾ ਦੇ ਨਾਲ ਸਾਡੇ ਤੇ ਇੰਨੀ ਬਖਸ਼ਿਸ਼ ਕਰ ਦਿਓ, ਸਾਨੂੰ ਇਹ ਇਤਿਹਾਸ ਹੀ ਸੁਣਾ ਦਿਓ, ਕਿਉਂਕਿ ਇਹ ਇਤਿਹਾਸ ਸਰਵਣ ਕਰਨ ਦੇ ਨਾਲ ਖਾਲਸਾ ਜੀ ਸਾਡੇ ਪਰਿਵਾਰਾਂ 'ਚ ਸਿੱਖੀ ਬਰਕਰਾਰ ਰਹੇਗੀ। ਗੁਰੂ ਪਾਤਸ਼ਾਹ ਮਹਾਰਾਜ ਨੇ ਬੜੀ ਘਾਲਣਾ ਘਾਲੀਆਂ ਨੇ ਖਾਲਸੇ ਪੰਥ ਦੇ ਲਈ। ਅੱਜ ਖਾਲਸਾ ਜੀ ਉਹਨਾਂ ਦੀ ਸਰਦਾਰੀਆਂ ਦੀ ਕਿਰਪਾ ਸਦਕਾ ਹੀ ਅਸੀਂ ਖਾਣੇ ਦੇ ਵਧੀਆ ਪਦਾਰਥ ਖਾ ਰਹੇ ਹਾਂ, ਪਹਿਨਣੇ ਨੂੰ ਵਧੀਆ ਕੱਪੜੇ ਪਹਿਨਦੇ ਹਾਂ, ਸਾਡੇ ਕੋਲ ਮਹਿੰਗੀ ਤੋਂ ਮਹਿੰਗੀ ਗੱਡੀਆਂ ਨੇ, ਰਹਿਣ ਨੂੰ ਘਰ ਹੈ। ਸਾਰੀ ਕਿਰਪਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ। ਜੇ ਬਾਬਾ ਜੁਝਾਰ ਸਿੰਘ ਨੀਹਾਂ ਦੇ ਅੰਦਰ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੀਹਾਂ ਦੇ ਅੰਦਰ ਨਾ ਚਿਣੇ ਜਾਂਦੇ, ਉਹਨਾਂ ਦੇ ਜੋ ਸ਼ਹਾਦਤ ਦਾ ਕੁਰਬਾਨੀ ਦਾ ਜਾਮ ਉਹਨਾਂ ਨੇ ਪੀਤਾ ਉਹ ਨਾ ਦਿੰਦੇ, ਤੇ ਅੱਜ ਅਸੀਂ ਸਰਦਾਰੀਆਂ ਨਾ ਮਾਣ ਸਕਦੇ। ਸਾਰੀ ਬਖਸ਼ਿਸ਼ ਉਹਨਾਂ ਸ਼ਹੀਦਾਂ ਦੀ ਹੈ। ਆਓ ਬੜੇ ਪ੍ਰੇਮ ਦੇ ਨਾਲ ਵਾਹਿਗੁਰੂ ਮੰਤਰ ਹਿਰਦੇ 'ਚ ਜਪਦੇ ਹੋਏ ਇਤਿਹਾਸ ਸਰਵਣ ਕਰੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਵਾਹਿਗੁਰੂ ਮੰਤਰ ਨੂੰ ਰਸਨਾ ਤੋਂ ਵੀ ਉਚਾਰੀਏ, ਆਖਣਾ ਕਰੀਏ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਭੈ ਪ੍ਰਭਾਤ ਬਿਲੋਕ ਤੇ ਨਿਜ ਨਿਜ ਥਾਏ ਛੁਪਾਏ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਵੱਲੋਂ ਭੇਜੇ ਹੋਏ ਗੜਬੈਲਾਂ ਦੇ ਅੰਦਰ ਜੋ ਸਾਰਾ ਸਾਜੋ ਸਮਾਨ ਸੀਗਾ ਉਹ ਤੁਰਕਾਂ ਨੇ, ਪਹਾੜੀਆਂ ਨੇ ਆਪਣੇ ਘਰ ਵਿਖੇ ਲੁਕਾ ਲਿਆ। ਤੰਬੂ ਮਹਿ ਠਾਕੁਰ ਨਿਕਟ ਖੋਲੀ ਗੋਨ ਬਣਾਏ। ਜਦੋਂ ਗੜਬੈਲਾਂ ਨੂੰ ਘਰ ਦੇ ਅੰਦਰ ਖੋਲਿਆ, ਆਪਣੇ ਤੰਬੂ 'ਚ ਲੈ ਕੇ ਜਾ ਕੇ ਜਾਉ ਪਈ ਦਾਸਨ ਆਦਿਕ ਸਕਲ ਹਟਾਏ। ਸਾਰੇ ਹੀ ਦਾਸਾਂ ਨੂੰ ਹਟਾ ਦਿੱਤਾ ਵੀ ਹੁਣ ਅਸੀਂ ਕੋਈ ਜ਼ਰੂਰੀ ਕੰਮ ਕਰਨ ਲੱਗੇ ਹਾਂ। ਘਰ ਦੇ ਅੰਦਰ ਜਿਹੜੇ ਵਜ਼ੀਰ ਫਕੀਰ ਸੀਗੇ, ਸਾਰੇ ਕਾਜੀ ਮੁਲਾਣੇ ਸੀਗੇ, ਇੱਕ ਇੱਕ ਗੜਬੈਲ ਸਭ ਨੇ ਘਰ ਰੱਖ ਲਿਆ ਤੇ ਬਾਹਰੋਂ ਸੇਵਾਦਾਰਾਂ ਨੂੰ ਹਟਾ ਦਿੱਤਾ। ਕਿਹਾ ਸਾਨੂੰ ਕੋਈ ਕੰਮ ਹੈ। ਆਪ ਗੜਬੈਲ ਰੱਖ ਕੇ ਰਾਤੀ ਦਾ ਨੀਂਦ ਨਹੀਂ ਆਈ, ਕਿਹਾ ਸਵੇਰੇ ਖੋਲ ਕੇ ਦੇਖਾਂਗੇ ਕੀ ਹੈ। ਉਹ ਹੁਣ ਖੋਲਣ ਲੱਗੇ ਨੇ। ਆਪਹਿ ਖੋਲਨ ਕੋ ਲਲਚਾਏ। ਆਪਣਾ ਮਨ ਖੋਲਣ ਦਾ ਬੜਾ ਜੀ ਕਰਦਾ ਹੈ, ਪਰ ਬਾਹਰ ਤੁਰਕਾਂ ਦੀ ਫੌਜ, ਪਹਾੜੀਆਂ ਦੀ ਫੌਜ ਹੈ। ਹਰ ਬੰਦੇ ਨੇ ਆਪਣਾ ਆਪਣਾ ਜਿਹੜਾ ਧਨ ਹੈ ਗੁਰੂ ਪਾਤਸ਼ਾਹ ਦਾ ਦੁਸ਼ਾਲੇ ਦੇ ਬੰਦ ਹੀ ਲੁੱਟ ਲਏ ਨੇ। ਅੰਤਰ ਤੇ ਕਰ ਡਾਰ ਨਿਕਾਰੇ। ਅੰਦਰੋਂ ਕੱਢ ਕੇ ਹੁਣ ਦੇਖਣ ਲੱਗੇ ਨੇ ਵੀ ਗੁਰੂ ਦੇ ਧਨ ਦੇ ਅੰਦਰ ਸਾਡੇ ਪੱਲੇ ਕੀ ਆਇਆ ਹੈ। ਚਮੜੇ ਪਨ ਹੀ ਹਾਡ ਨਿਹਾਰੇ। ਜਦੋਂ ਗੱਠੜੀ ਖੋਲੀ ਦੇਖਿਆ ਚਮੜੇ, ਹੱਡ, ਜੁੱਤੀਆਂ ਟੁੱਟੀਆਂ ਦੇਖ ਕੇ ਮਨ ਇੱਕ ਵਾਰੀ ਬੜਾ ਗਿਲਾਨੀ ਵਿੱਚ ਆਇਆ। ਹੀਰਤ ਗੇਰਹਿ ਦੂਰ ਭਗਾਵਹਿ। ਚੱਕ ਕੇ ਦੂਰ ਵਗਾ ਕੇ ਗੇਰਦੇ ਨੇ। ਕਹਿੰਦੇ ਗੁਰੂ ਨੇ ਸਾਡੇ ਨਾਲ, ਅਸੀਂ ਦਗਾ ਕਰਨਾ ਚਾਹਿਆ ਸੀ ਗੁਰੂ ਦੇ ਨਾਲ ਵੀ ਗੁਰੂ ਦਾ ਧਨ ਲੁੱਟਾਂਗੇ, ਕਹਾਂਗੇ ਗੁਰੂ ਜੀ ਨਿਕਲ ਜਾਓ ਕਿਲੇ ਤੋਂ ਬਾਹਰ, ਅਸੀਂ ਕੁਝ ਨਹੀਂ ਕਹਿੰਦੇ। ਅਸੀਂ ਗੁਰੂ ਦੇ ਨਾਲ ਦਗਾ ਕਰਨੀ ਸੀ, ਪਰ ਗੁਰੂ ਨੇ ਤੇ ਸਾਨੂੰ ਹੀ ਛਲ ਲਿਆ। ਗੁਰੂ ਨੇ ਤਾਂ ਸਾਡੇ ਤੋਂ ਉੱਤੇ ਵੀ ਦਗਾ ਦੇ ਉੱਤੇ ਦਗਾ ਕਰ ਦਿੱਤੀ। ਬਿਸ਼ਟਾ ਹੱਥ ਲਗੇ ਪਛਤਾਵਹਿ। ਘੋੜਿਆਂ ਦੀ ਲਿੱਦ ਹੱਥ 'ਚ ਲੱਗੀ, ਬਿੱਖ ਹੱਥ 'ਚ ਲੱਗੀ। ਜਦੋਂ ਬਿਸ਼ਟਾ ਦੇਖੀ ਤਾਂ ਇੱਕ ਦੂਜੇ ਦੇ ਉੱਤੇ ਪਰੇ ਨੂੰ ਸੁੱਟਦੇ ਨੇ। ਇੱਕ ਤਾਂ ਆਪਣਾ ਧਰਮ ਗਵਾਇਓ। ਇੱਕ ਤੇ ਆਪਣਾ ਧਰਮ ਗਵਾਇਆ ਮਾਸ ਨੂੰ ਹੱਥ 'ਚ ਲਗਾ ਕੇ, ਕਿਉਂਕਿ ਜਿਹੜੇ ਠਾਕੁਰਾਂ ਨੂੰ ਪੂਜਦੇ ਨੇ ਉਹ ਮਾਸਾਹਾਰੀ ਨਹੀਂ ਹੁੰਦੇ, ਤੇ ਉਹਨਾਂ ਨੇ ਮਾਸਾਂ ਨੂੰ ਜਦੋਂ ਹੱਥ 'ਚ ਲਗਾਇਆ, ਇੱਕ ਤੇ ਆਪਣੇ ਧਰਮ ਨੂੰ ਗਵਾ ਲਿਆ। ਦੁਤੀਏ ਲੇਤੇ ਜੰਗ ਮਚਾਇਓ। ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੀ ਫੌਜਾਂ ਦੇ ਉੱਤੇ ਤੋਪ ਦੇ ਗੋਲੇ ਛੱਡੇ ਤੇ ਸਾਡਾ ਜੰਗ ਹੋ ਗਿਆ ਗੁਰੂ ਦੇ ਨਾਲ। ਅਸੀਂ ਆਪਸ ਦੇ ਅੰਦਰ ਵੀ ਕਿਰਪਾਨਾਂ ਚਲਾ ਬੈਠੇ ਹਾਂ, ਆਪਸ ਦੇ ਅੰਦਰ ਵੀ ਅਸੀਂ ਮਰ ਘਟ ਗਏ ਤੇ ਗੁਰੂ ਨੇ ਵੀ ਸਾਡੇ ਤੇ ਤੋਪਾਂ ਚਲਾ ਦਿੱਤੀਆਂ। ਧਰਮ ਤੋਂ ਵੀ ਖਾਲੀ ਹੋਏ।
ਗੁਰੂ ਤੋਂ ਵੀ ਬੇਮੁਖ ਹੋਏ ਹਾਂ। ਰਿਤੀ ਨਿਪਾਕ ਜੋ ਛੂਵਤ ਭਏ, ਤੇ ਛੂਣੇ ਦੇ ਨਾਲ ਸਾਡੀ ਧਰਮ ਵੀ ਨਸ਼ਟ ਹੋ ਗਿਆ। ਮਾਰੇ ਬਿਨਾ ਮੂੜ ਮਾਰੇ ਗਏ। 10ਵੇਂ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਮਾਰੇ ਤੋਂ ਬਿਨਾਂ ਹੀ ਮਾਰ ਦਿੱਤਾ। ਖਾਲਸਾ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੈਸੇ ਨੇ? ਝੂਠਿਆਂ ਨੂੰ, ਅਧਰਮੀਆਂ ਨੂੰ, ਪਾਪੀਆਂ ਨੂੰ ਮਹਾਰਾਜ ਨੇ ਬਿਨਾਂ ਮਾਰੇ ਤੋਂ ਹੀ ਲੱਜਾ ਦੇ ਨਾਲ ਮਾਰ ਦਿੱਤਾ। ਲੱਜਤ ਆਪਸ ਮਹਿ ਨਹਿ ਕਹੈ, ਆਪਸ ਦੇ ਅੰਦਰ ਇੱਕ ਦੂਜੇ ਨੂੰ ਗੱਲ ਨਹੀਂ ਦੱਸਦੇ ਵੀ ਮੈਂ ਵੀ ਧਨ ਲੁੱਟ ਕੇ ਲਿਆਇਆ ਸੀ। ਕੀ ਦੱਸਣਗੇ? ਮੇਰੇ ਹੱਥ ਦੇ ਅੰਦਰ ਘੋੜਿਆਂ ਦਾ ਮਾਂਸ ਆਇਆ, ਹੱਡੀਆਂ ਆਈਆਂ, ਬਿੱਖ ਆਈ, ਲਿੱਦ ਆਈ ਘੋੜਿਆਂ ਦੀ, ਇੱਕ ਦੂਜੇ ਨੂੰ ਦੱਸ ਨਹੀਂ ਪਾ ਰਹੇ। ਹਿਰਦੈ ਬਿਸੂਰਨ ਕੋ ਬਹੁਲ ਹੈ, ਬਹੁਤ ਹਿਰਦੇ ਦੇ ਅੰਦਰ ਬਸੂਰਦੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਾਵ ਨੂੰ ਦੇਖ ਕੇ ਬਹੁਤ ਹੈਰਾਨ ਹੁੰਦੇ ਨੇ। ਤਿਕ ਤਿਕ ਆਪਣੋ ਜਨਮ ਬਖਾਨ, ਜੇ ਅਸੀਂ ਕਿਸੇ ਨੂੰ ਲੱਖ ਵਾਰੀ ਲਾਹਨਤਾਂ ਪਾਈਏ ਨਾ ਤੇ ਇੱਕ ਤਿਕਾਰ ਬਣਦੀ ਹੈ। ਤੇ ਕਹਿੰਦੇ ਤਿਕਾਰ ਹੋ ਗਿਆ ਸਾਡਾ ਜੀਵਨ, ਗੁਰੂ ਨੇ ਸਾਨੂੰ ਭ੍ਰਸ਼ਟ ਕਰ ਦਿੱਤਾ। ਧਰਮਹੀਨ ਕੀ ਦੁਰਗਤ ਜਾਣੈ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਧਰਮ ਤੋਂ ਹੀਣਾ ਕਰਕੇ ਉਹਨਾਂ ਦੀ ਦੁਰਗਤੀ ਕਰ ਦਿੱਤੀ। ਭਇਓ ਸਭਿਨ ਕੋ ਤਬ ਉਪਹਾਸਾ, ਸਾਰਿਆਂ ਦੇ ਅੰਦਰ ਆਪਸ ਦੇ ਅੰਦਰ ਜਿਹੜੇ ਘਰ ਦੇ ਬੱਚੇ ਨੇ ਨਾ ਉਹ ਹੱਸਦੇ ਨੇ। ਕਹਿੰਦੇ ਪਿਤਾ ਤੂੰ ਤੇ ਰਾਤੀ ਬੜਾ ਮੋਢੇ ਮਾਰ ਮਾਰ ਕੇ ਕਹਿੰਦਾ ਸੀ ਪਰੇ ਹਟ ਜੋ, ਬੜਾ ਧਨ ਲਿਆਇਆ। ਸਵੇਰੇ ਤੇਰੇ ਹੱਥ ਦੇ ਅੰਦਰ ਬਿੱਖ ਘੋੜਿਆਂ ਦੀ ਲਿੱਦ ਪਈ ਹੈ। ਥੂ ਹੈ ਤੇਰੇ ਤੇ ਪਿਤਾ, ਥੂ ਹੈ ਤੇ ਘਾਰ ਹੈ ਤੇਰੇ ਤੇ। ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਸਾਡੇ ਅੱਗੇ ਇਹ ਬਿੱਖ ਮੰਦਰਾਂ ਦੇ ਅੰਦਰ, ਰਸੋਈ ਘਰ ਦੇ ਅੰਦਰ, ਪਵਿੱਤਰ ਥਾਵਾਂ ਤੇ ਰੱਖੀ ਹੈ। ਤੇਰੇ ਤੇ ਧਿਕਾਰ ਹੈ। ਘਰ ਦੇ ਜੀਵ ਵੀ ਧਿਕਾਰ ਕਰਦੇ ਨੇ। ਬਿਕਸੇ ਸਤਿਗੁਰ ਪੇਖ ਤਮਾਸ਼ਾ, ਸਤਿਗੁਰੂ ਸੱਚੇ ਪਾਤਸ਼ਾਹ ਉੱਚੀ ਅਟਾਰੀ ਤੋਂ ਸਾਰਾ ਜੰਗ ਦਾ ਨਜ਼ਾਰਾ ਦੇਖ ਰਹੇ ਨੇ। ਕਿਸ ਤਰ੍ਹਾਂ ਤੁਰਕਾਂ ਨੇ ਧਨ ਲੁੱਟਿਆ ਤੇ ਆਪਸ ਦੇ ਅੰਦਰ ਕਿਰਪਾਨਾਂ ਲੜ ਲੜ ਕੇ ਮਰ ਗਏ। ਕਹਿਤ ਸਿੰਘ ਜੇ ਨਿਕਟ ਹਕਾਰੇ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਸਿੰਘ ਨੂੰ ਨੇੜੇ ਬੁਲਾਇਆ ਹੈ। ਕਹਿ ਦੁਰਜਨ ਕੇ ਧਰਮ ਨਿਹਾਰੇ, ਸੱਚੇ ਪਾਤਸ਼ਾਹ ਕਿਹਾ ਸਿੰਘੋ ਤੁਸੀਂ ਕਹਿੰਦੇ ਸੀ ਕਿਲਾ ਛੱਡ ਦਿਓ, ਆਹ ਦੇਖ ਲਓ ਇਹਨਾਂ ਦੇ ਹਾਲ, ਤੁਰਕਾਂ ਦੇ, ਪਹਾੜੀਆਂ ਦੇ। ਤੁਹਾਡਾ ਜਿਹੜਾ ਜੇ ਧਾਨਾ ਚਲਾ ਜਾਂਦਾ ਇਹਨਾਂ ਨੇ ਸਾਰਾ ਧਨ ਵੀ ਲੁੱਟ ਲੈਣਾ ਸੀ ਤੇ ਤੁਹਾਨੂੰ ਵੀ ਮੌਤ ਦੇ ਘਾਟ ਉਤਾਰ ਦੇਣਾ ਸੀ। ਸਭ ਤੁਮ ਹਮਰੇ ਪਾਸ ਬਖਾਨਤ, ਤੁਸੀਂ ਸਾਨੂੰ ਬੇਨਤੀਆਂ ਕਰਦੇ ਰਹੇ ਮਹਾਰਾਜ ਕਿਲਾ ਛੱਡ ਦਿਓ, ਪਰ ਅਸੀਂ ਕਿਲਾ ਛੱਡਣ ਦੇ ਲਈ ਨਹੀਂ ਮੰਨੇ। ਆਹ ਦੇਖ ਲਓ ਕਿਲਾ ਛੱਡਣ ਦੇ ਨਾਲ ਕੀ ਹਾਲ ਹੋਣਾ ਸੀ। ਗਿਰਪਤ ਤੁਰਕ ਧਰਮ ਕੋ ਠਾਨਤ, ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਪਹਾੜੀਆਂ ਨੇ ਤੇ ਤੁਰਕਾਂ ਨੇ ਆਪਣਾ ਧਰਮ ਤਾਂ ਹਾਨ ਕੀਤਾ ਹੀ, ਤੇ ਕੁਰਾਨ ਪਾਕ ਪਵਿੱਤਰ ਗ੍ਰੰਥ ਦੀ ਕਸਮ ਝੂਠੀ ਖਾਈ, ਠਾਕੁਰਾਂ ਦੀ ਝੂਠੀ ਕਸਮ ਖਾਈ। ਉਪਰੰਤ ਗਊ ਮਾਤਾ ਜਿਸ ਨੂੰ ਮਾਂ ਮੰਨਦੇ ਨੇ ਕਿਹਾ ਸੀ ਮਹਾਰਾਜ ਕਿਲਾ ਛੱਡੋਗੇ ਤੁਹਾਡੇ ਤੇ ਹਮਲਾ ਕਰਾਂਗੇ, ਤੁਹਾਡਾ ਧਨ ਲੁੱਟਾਂਗੇ। ਆਟੇ ਦੀ ਗਊ ਹੈ ਥਾਲੀ ਦੇ ਅੰਦਰ, ਇਹ ਨਾਲ ਚੱਕੂ ਪਿਆ। ਸਾਨੂੰ ਇਸ ਗਊ ਦੇ ਵੱਧ ਦਾ ਜੋ ਹੱਤਿਆ ਦਾ ਪਾਪ ਲੱਗੇ ਜੇ ਅਸੀਂ ਤੁਹਾਡੇ ਤੇ ਹਮਲਾ ਕਰੀਏ। ਮਹਾਰਾਜ ਕਹਿੰਦੇ ਇਹਨਾਂ ਰਾਜਨੀਤਿਕ ਲੋਕਾਂ ਦੀ, ਇਹਨਾਂ ਤੁਰਕਾਂ ਪਹਾੜੀਆਂ ਦੇ ਸਾਨੂੰ ਕੋਈ ਇਤਬਾਰ ਨਹੀਂ। ਸਭ ਪਰਬਤ ਬਾਸੀ ਮਤ ਕਾਚੇ, ਜਿਹੜੇ ਪਹਾੜੀ ਲੋਕ ਨੇ ਉਹ ਮਤ ਦੇ ਕੱਚੇ ਨੇ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇਹ ਕਬ ਬੈਨ ਪਨਹਿ ਨਹਿ ਸਾਚੇ, ਸੱਚੇ ਪਾਤਸ਼ਾਹ ਕਿਹਾ ਜ਼ਬਾਨ ਦੇ ਪੱਕੇ ਨਹੀਂ, ਇਹਨਾਂ ਨੇ ਕਦੋਂ ਆਪਣਾ ਵਾਅਦਾ ਪੂਰਾ ਕੀਤਾ ਹੈ। ਹਮ ਕਹਿ ਰਹੇ ਨਾ ਛਲ ਤੁਮ ਜਾਨਾ, ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤੁਹਾਨੂੰ ਖਾਲਸਾ ਜੀ ਬਹੁਤ ਵਾਰੀ ਅਗਾਹ ਕੀਤਾ, ਪਰ ਤੁਸੀਂ ਸਾਡੇ ਬਚਨ ਨੂੰ ਤਵੱਜੋ ਨਾ ਦਿੱਤੀ। ਜੇ ਕਰਤੇ ਤਜ ਦੁਰਗ ਪਿਆਨਾ, ਜੇ ਕਿਤੇ ਤੁਸੀਂ ਦੁਰਗ ਛੱਡ ਦਿੰਦੇ, ਕਿਲਾ ਛੱਡ ਦਿੰਦੇ, ਆਪਣਾ ਆਨੰਦਪੁਰ ਦਾ ਘਰ ਛੱਡ ਦਿੰਦੇ, ਤੁਰਕੀ ਗਿਰੇ ਸੁਨ ਕੀ ਵੱਡ ਸੈਨਾ, ਤੁਰਕਾਂ ਦੀ ਸੈਨਾ ਤੁਹਾਡੇ ਉੱਤੇ ਟੁੱਟ ਕੇ ਪੈ ਜਾਂਦੀ, 2-2.5 ਲੱਖ ਬੰਦਾ, ਤੇ ਤੁਹਾਡੇ ਚੀੜ ਫਾੜ ਦਾ ਇਹਨਾਂ ਨੇ ਕਰਨਾ ਸੀ, ਸਭ ਕੁਝ ਖੋਹ ਲੈਣਾ ਸੀ। ਸਭ ਆਵਤ ਹਮ ਪਰ ਪਿਖ ਨੈਨਾ, ਸਾਡੇ ਕੋਲ ਤੁਸੀਂ ਫੇਰ ਕਹਿਣਾ ਸੀ ਮਹਾਰਾਜ ਤੁਸੀਂ ਜਾਣੀ ਜਾਣਨੀ ਸੀਗੇ, ਜੇ ਹਮਲਾ ਹੋਣਾ ਸੀ ਤੁਸੀਂ ਸਾਨੂੰ ਬਚਾ ਨਹੀਂ ਸਕਦੇ ਸੀ, ਅਸੀਂ ਤੁਹਾਨੂੰ ਭਵਿੱਖਿਤ ਵਾਕ ਦੇਖਦੇ ਹੋਏ ਹੀ ਰੋਕਿਆ ਸੀ। ਜੂਜਤ ਸਕਲ ਸਿੰਘ ਵੱਡ ਵੀਰ, ਸਤਨਾਮ ਸ੍ਰੀ ਵਾਹਿਗੁਰੂ। ਕਲਗੀਧਰ ਪਾਤਸ਼ਾਹ ਮਹਾਰਾਜ ਕਿਹਾ ਤੁਹਾਨੂੰ ਅਸੀਂ ਜੂਝਦੇ ਹੋਏ ਕਿੱਦਾਂ ਦੇਖ ਲੈਂਦੇ। ਪਹਾੜੀ ਤੁਹਾਡੇ ਕੇਸਾਂ ਦੀ ਬੇਦਬੀ ਕਰਦੇ, ਤੁਹਾਡੇ ਤੇ ਸ਼ਸਤਰ ਚਲਾਉਂਦੇ। ਤੁਸੀਂ ਖਾਲਸਾ ਜੀ ਮੇਰੇ ਪੁੱਤਰ ਹੋ, ਆਪਣੇ ਪੁੱਤਰਾਂ ਨੂੰ ਸਾਹਮਣੇ ਮੈਂ ਕਿਸ ਤਰ੍ਹਾਂ ਜੂਝਦੇ ਦੇਖ ਲੈਂਦਾ। ਲੱਖਾਂ ਲਸ਼ਕਰ ਅਰ ਕੀ ਭੀੜ, ਅਰ ਕਹਿੰਦੇ ਨੇ ਵੈਰੀ ਨੂੰ, ਲੱਖਾਂ ਲਸ਼ਕਰਾਂ ਦੀ ਭੀੜ, ਵੈਰੀਆਂ ਦੀ ਭੀੜ ਤੁਹਾਡੇ ਉੱਤੇ ਖਾਲਸਾ ਜੀ ਹਮਲਾ ਕਰਦੀ। ਹੋਤ ਲਚਾਰੀ ਹਮ ਕੋ ਤਬੈ, ਅਸੀਂ ਲਾਚਾਰ ਹੋ ਜਾਣਾ ਸੀਗਾ।
ਅਸੀਂ ਲਾਚਾਰ ਹੋ ਕੇ ਫਿਰ ਉਹਨਾਂ ਦੇ ਅੱਗੇ ਘੁੱਟਨੇ ਟੇਕਦੇ। ਇਸ ਕਰਕੇ ਖਾਲਸਾ ਜੀ ਮੈਂ ਤੁਹਾਨੂੰ ਵਰਜਦਾ ਰਿਹਾ, ਕਿਲਾ ਨਾ ਛੱਡਣ ਲਈ ਬਾਰ-ਬਾਰ ਕਹਿੰਦਾ ਰਿਹਾ। ਜੂਝ ਜਾਤ ਦਲ ਸਿੰਘਨ ਤਬੈ। ਸੱਚੇ ਪਾਤਸ਼ਾਹ ਮਹਾਰਾਜ ਕਿਹਾ ਤੁਸੀਂ ਸਿੰਘਾਂ ਦਾ ਕੁਝ ਕੁ ਸਿੰਘ ਸੀਗੇ ਮੁੱਠੀ ਭਰ, ਉਹਨਾਂ ਦੇ ਨਾਲ ਜੂਝਦੇ ਤੁਸੀਂ ਜੰਗ ਦੇ ਅੰਦਰ, ਤੁਸੀਂ ਉਹਨਾਂ ਦੇ ਨੀਵੀਂ ਹੇਠੀ ਪੈਣੀ ਸੀ। ਅਬ ਤਾਂ ਸਭ ਕਉ ਭਈ ਪ੍ਰਤੀਤ। ਹੁਣ ਤਾਂ ਸਾਰਿਆਂ ਨੂੰ ਭਰੋਸਾ ਵੱਜ ਗਿਆ। ਕਲਗੀਧਰ ਪਾਤਸ਼ਾਹ ਮਹਾਰਾਜ ਕਿਹਾ ਹੁਣ ਤਾਂ ਤੁਹਾਨੂੰ ਭਰੋਸਾ ਆ ਗਿਆ ਸੰਗਤ ਜੀ, ਖਾਲਸਾ ਜੀ ਤੁਸੀਂ ਕਹਿੰਦੇ ਸੀਗੇ ਜੰਗ ਦੇ ਅੰਦਰ ਤੁਸੀਂ ਕਲਗੀਧਰ ਪਾਤਸ਼ਾਹ ਮਹਾਰਾਜ ਕਿਲਾ ਛੱਡ ਦਿਓ। ਮਾਤਾ ਗੁਜਰੀ ਜੀ ਨੂੰ ਸਿੰਘਾਂ ਨੂੰ ਸੰਬੋਧਿਤ ਕਰਦੇ ਪਾਤਸ਼ਾਹ ਕਿਹਾ ਹੈ, ਦੁਰਜਨ ਕਰਤ ਦਗਾ ਛਲ ਚੀਤ। ਇਹ ਪਹਾੜੀ ਲੋਕ ਨੇ, ਤੁਰਕ ਨੇ, ਇਹ ਬਚਨਾਂ ਦੇ ਕੱਚੇ ਹੁੰਦੇ ਨੇ ਖਾਲਸਾ ਜੀ, ਇਹਨਾਂ ਤੇ ਭਰੋਸਾ ਗੁਰੂ ਕਾ ਖਾਲਸਾ ਨਾ ਕਰੇ। ਤੁਰਕ ਪਹਾੜੀ ਪਰ ਵਿਸ਼ਵਾਸ। ਪਹਾੜੀਆਂ ਤੇ ਤੁਰਕਾਂ ਤੇ ਮੇਰਾ ਖਾਲਸਾ ਕਦੇ ਭਰੋਸਾ ਨਾ ਕਰੇ ਆਉਣੇ ਵਾਲੇ ਸਮੇਂ ਵਿੱਚ ਵੀ। ਧਰੈ ਨਾ ਮਮ ਸਿੱਖ ਜੋ ਮਤ ਰਾਸ। ਮੇਰੀ ਸਿੱਖੀ ਨੂੰ ਧਾਰਨ ਨਹੀਂ ਕੀਤਾ ਸੀ। ਪਹਾੜੀ ਰਾਜਿਆਂ ਨੇ ਕਲਗੀਧਰ ਪਾਤਸ਼ਾਹ ਕੋਲ ਜਦੋਂ ਪਹਿਲੀ ਵਾਰੀ ਭੇਟਾ ਲੈ ਕੇ ਆਏ, ਕਲਗੀਧਰ ਪਾਤਸ਼ਾਹ ਨੇ ਕੇਸਗੜ੍ਹ ਸਾਹਿਬ ਕਿਹਾ ਸੀ ਅੰਮ੍ਰਿਤ ਛਕ ਲਓ। ਭਾਨੇ ਮਾਰਦੇ ਸੀ ਮਹਾਰਾਜ ਅਸੀਂ ਕਿੱਥੇ ਰੋਜ਼ ਕੰਗਾ ਕਰਾਂਗੇ, ਮਹਾਰਾਜ ਸਾਡੇ ਤੋਂ ਨਹੀਂ ਨਿਤਨੇਮ ਬਾਣੀ ਪੜ੍ਹੀ ਜਾਣੀ, ਸਾਡੇ ਤੋਂ ਨਹੀਂ ਤੁਹਾਡੀ ਰਹਿਤ ਬੈਤ ਰੱਖੀ ਜਾਣੀ। ਮਹਾਰਾਜ ਕਿਹਾ ਅਸੀਂ ਤੁਹਾਨੂੰ ਰਾਜ ਦੇਣ ਲੱਗੇ ਸੀਗੇ ਪਰ ਤੁਸੀਂ ਪਹਾੜੀ ਕੱਚੀ ਮੱਤ ਦੇ ਕੱਚੇ ਹੀ ਰਹਿ ਗਏ। ਮਹਾਰਾਜ ਕਿਹਾ ਪਹਾੜੀਏ ਨੇ, ਕੱਚੀ ਮੱਤ ਦੇ ਕੱਚੇ ਲੋਕ ਨੇ। ਅਪਰ ਕਿਤਿਕ ਦਿਨ ਕਸ਼ਟ ਸਹੀਜੈ। ਕਿੰਨੇ ਹੋਰ ਦਿਨ ਤੁਸੀਂ ਖਾਲਸਾ ਜੀ ਕਸ਼ਟ ਸਹਿਣਾ ਸੀਗਾ। ਜੇ ਔਖੇ ਸੌਖੇ ਹੁੰਦੇ ਅਸੀਂ ਤਾਂ ਤੁਹਾਨੂੰ ਵਚਨ ਕਰਦੇ ਸੀ ਰਾਜ ਦੇਣਾ ਸੀ, ਪਰ ਤੁਸੀਂ ਫੇਰ ਵੀ ਸਾਨੂੰ ਜਿੱਦ ਕਰਦੇ ਰਹੇ, ਪਰ ਅਸੀਂ ਤੁਹਾਨੂੰ ਕਿਲੇ ਤੋਂ ਬਾਹਰ ਨਹੀਂ ਜਾਣ ਦਿੱਤਾ। ਭਲੋ ਜਾਨ ਨਿਜ ਧੀਰਜ ਕੀਜੈ। ਭਲੋ ਜਾਣੋ, ਧੀਰਜ ਰੱਖੋ, ਕਿਲੇ ਨੂੰ ਨਾ ਛੱਡੋ, ਆਪਣਾ ਮੋਰਚਾ ਨਹੀਂ ਛੱਡੀਦਾ ਖਾਲਸਾ ਜੀ। ਵਿਜੈ ਪਰਾਜੈ ਸੁਖ ਦੁਖ ਜੋਈ। ਜਿਹੜੀ ਜਿੱਤ ਹੋਣੀ ਹੈ ਹਾਰ ਹੋਣੀ ਹੈ, ਸੁਖ ਮਿਲਣਾ ਹੈ ਦੁੱਖ ਮਿਲਣਾ ਹੈ। ਗੁਰ ਔਰ ਸੰਸਰ ਚਾਹ ਨਾ ਕੋਈ। ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਤਾਂ ਉਸ ਗੱਲ ਦਾ ਕੋਈ ਵੀ ਅਫਸੋਸ ਨਹੀਂ ਹੋਵੇਗਾ। ਸੱਚੇ ਪਾਤਸ਼ਾਹ ਮਹਾਰਾਜ ਕਿਹਾ ਹੀ ਤੁਹਾਡੇ ਕਰਕੇ ਹੀ ਤੁਹਾਨੂੰ ਕਿਲਾ ਛੱਡਣ ਨੂੰ, ਤੁਹਾਡੀ ਜਾਨ ਪਿਆਰੀ ਹੈ, ਤੁਹਾਡੀ ਸਨੇਹ ਹੈ ਤੁਹਾਡੇ ਨਾਲ ਖਾਲਸਾ ਜੀ, ਤਾਂ ਤੁਹਾਨੂੰ ਨਹੀਂ ਜਾਣ ਦੇ ਰਹੇ ਸੀ। ਸਤ ਚੇਤਨ ਅਨਦਾਤਮ ਬ੍ਰਹਮ। ਸਤ ਚਿਤ ਆਨੰਦ ਸਰੂਪ, ਸਾਡਾ ਤਾਂ ਸਤ ਚਿਤ ਆਨੰਦ ਸਰੂਪ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਤਾਂ ਨਾ ਜਨਮ ਵਿੱਚ ਨਾ ਮਰਨ ਵਿੱਚ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਉਹ ਤੇ ਧਰਤੀ ਦੇ ਉੱਤੇ ਪਰਉਪਕਾਰ ਕਰਨ ਆਏ ਨੇ, ਖਾਲਸਾ ਫੌਜ ਸਾਜਣ ਆਏ ਨੇ। ਮਹਾਰਾਜ ਕਹਿੰਦੇ ਵੀ ਸਾਨੂੰ ਤਾਂ ਜਨਮ ਮਰਨ ਹੀ ਨਹੀਂ ਸੀਗਾ, ਪਰ ਖਾਲਸਾ ਜੀ ਅਸੀਂ ਆਪਣੇ ਸਾਹਮਣੇ ਤੁਹਾਨੂੰ ਜੂਝਦਾ ਨਹੀਂ ਦੇਖ ਸਕਦੇ ਸੀ। ਇਸ ਬਿਨ ਦ્વੈਤ ਅਪਰ ਸਭ ਭਰਮ। ਇਹਨਾਂ ਦੇ ਹਿਰਦੇ ਦੇ ਅੰਦਰ ਦ્વੈਤ ਹੈ, ਤੁਹਾਡੇ ਲਈ ਈਰਖਾ ਹੈ, ਭਰਮ ਹੈ। ਅਸ ਨਿਸ਼ਚਾ ਜਿਨ ਕੇ ਉਰ ਸਾਚੇ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਨਿਸ਼ਚਾ ਸੀਗਾ ਉਹ ਮਹਾਰਾਜ ਦੀ ਗੱਲ ਨੂੰ ਬੁੱਝ ਗਏ। ਸੋ ਕਹੋ ਕਹਿਓ ਕੂਰੇ ਕਚ ਰਾਚੇ। ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨਾਂ ਤੇ ਭਰੋਸਾ ਰੱਖਿਆ, ਕਿਲੇ ਦੇ ਅੰਦਰ ਰਹੇ ਤੇ ਕੱਚਿਆਂ ਦੇ ਨਾਲ, ਕੂੜਿਆਂ ਦੇ ਨਾਲ, ਜਿਵੇਂ ਮਸੰਦ ਬਾਰ-ਬਾਰ ਮਹਾਰਾਜ ਨੂੰ ਪ੍ਰੈਸ਼ਰਾਈਜ਼ ਕਰਦੇ ਸੀਗੇ, ਮਹਾਰਾਜ ਕਿਰਪਾ ਕਰੋ ਕਿਲੇ ਨੂੰ ਛੱਡ ਦਈਏ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਨਹੀਂ ਛੱਡਿਆ ਕਿਲਾ। ਮਹਾਰਾਜ ਕਹਿੰਦੇ ਸਾਹਮਣੇ ਵਾਲੇ ਬੰਦੇ ਜਿਹੜੇ ਨੇ ਨਾ ਉਹ ਮੱਤ ਦੇ ਕੂੜੇ ਕਹਿੰਦੇ ਨੇ, ਝੂਠੇ, ਕੱਚੇ ਈਮਾਨ ਦੇ, ਧਰਮ ਤੋਂ ਕੱਚੇ ਨੇ। ਜਾਂ ਤੇ ਲਖ ਹੋ ਖਾਲਸੇ ਹਿਤਾ। ਖਾਲਸੇ ਦੀ ਹਿੱਤ ਦੇ ਲਈ ਅਸੀਂ ਇਹ ਕਦਮ ਚੁੱਕਿਆ ਹੈ। ਇਹ ਸਭ ਹੋਵਤ ਖੇਲ ਸਚੇਤਾ। ਇਹ ਖੇਲ ਸੁਚੇਤ ਹੋ ਕੇ ਖਾਲਸਾ ਜੀ ਸਮਝਣ ਦੀ ਲੋੜ ਹੈ, ਧੀਰਜ ਦੇਣ ਦੀ ਲੋੜ ਹੈ। 7 ਮਹੀਨੇ ਹੋ ਗਏ ਨੇ, ਔਖਾ ਸੌਖਾ ਸਮਾਂ ਹੋਰ ਕੱਟ ਲਓ। ਜਿਤਨੋ ਸੰਕਟ ਸੁਖ ਅਧਿਕਤਾ। ਜਿੰਨਾ ਸੰਕਟ ਦਾ ਸਮਾਂ ਖਾਲਸਾ ਜੀ ਤੁਸੀਂ ਹੁਣੇ ਕੱਟ ਰਹੇ ਹੋ ਨਾ, ਉਨਾ ਹੀ ਸੁਖ ਦਾ ਸਮੇਂ ਆਵੇਗਾ। ਖਾਲਸਾ ਜੀ ਇਹ ਸਿੰਘਾਂ ਦੀ ਸ਼ਹਾਦਤਾਂ, ਇਹ ਸਿੰਘਾਂ ਦਾ ਕਟਿਆ ਕੜਾਕਾ, ਅੱਜ ਖਾਲਸਾ ਜੀ ਸਾਡੇ ਘਰ ਖਾਣ ਦੇ ਕਿਸੇ ਪਦਾਰਥ ਦੀ ਕਮੀ ਨਹੀਂ। ਇਹ ਗੁਰੂ ਕੇ ਉਹ ਮਹਾਨ ਸ਼ਹੀਦ ਸਿੰਘਾਂ ਦੀ ਕਮਾਈ ਹੈ ਜੋ ਸਾਡੇ ਘਰ ਦੇ ਅੰਦਰ ਬਰਕਤਾਂ ਨੇ। ਸਾਡੇ ਘਰ ਦੇ ਅੰਦਰ ਹਰ ਇੱਕ ਚੀਜ਼ ਹੈ, ਅੱਜ ਜਿਸ ਚੀਜ਼ ਤੇ ਬਾਜ਼ਾਰ 'ਚ ਉਂਗਲ ਰੱਖੀ ਅਸੀਂ ਖਰੀਦ ਸਕਦੇ ਹਾਂ, ਇਹ ਉਹ ਮਹਾਨ ਸ਼ਹਾਦਤਾਂ ਦੀ ਕਿਰਪਾ ਦਾ ਸਦਕਾ ਹੈ। ਪ੍ਰਭੂ ਨੇਤ ਇਮ ਨਿਤ ਬਰਤੰਤਾ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਹੁਕਮ ਹੀ ਇਸ ਤਰ੍ਹਾਂ ਦਾ, ਐਸੀ ਤਰ੍ਹਾਂ ਹੋਣਾ ਹੈਗਾ।
ਤੇ ਖਾਲਸਾ ਜੀ ਥੋੜਾ ਧੀਰਜ ਰੱਖੋ। ਸ਼੍ਰੀ ਨਾਨਕ ਇਮ ਬਾਕ ਬਖਾਨਾ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਬਚਨ ਤੁਸੀਂ ਰੋਜ਼ ਰਹਿਰਾਸ ਸਾਹਿਬ ਦੇ ਅੰਦਰ ਪੜ੍ਹਦੇ ਹੋ, ਆਸਾਂ ਦੀ ਵਾਰ ਚ ਪੜ੍ਹਦੇ ਹੋ। ਦੁਖ ਦਾਰੂ ਸੁਖ ਰੋਗ ਮਹਾਨਾ। ਸੱਚੇ ਪਾਤਸ਼ਾਹ ਕਿਹਾ ਦੁਖ ਦਾਰੂ ਸੁਖ ਰੋਗ ਭਇਆ, ਜਾਂ ਸੁਖ ਤਾਮ ਨਾ ਹੋਈ। ਜਿੱਥੇ ਦੁੱਖ ਹੁੰਦਾ ਨਾ ਖਾਲਸਾ ਜੀ, ਦੁੱਖ ਦਾਰੂ ਹੁੰਦਾ। ਦੁੱਖ ਦੇ ਅੰਦਰ ਬੰਦਾ ਫੇਰ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ। ਜਦੋਂ ਸੁੱਖ ਦੀਆਂ ਸਾਰੀ ਸੁਵਿਧਾਵਾਂ ਹੋਣ ਨਾ, ਤਦ ਬੰਦਾ ਫੇਰ ਪੈਰ ਪਿੱਛੇ ਕਰਦਾ। ਗੱਡੀ ਹੋਵੇ, ਸਭ ਕੁਝ ਸੁੱਖ ਸਾਧਨ ਹੋਣ, ਕਹਿੰਦਾ ਵੀ ਜਾਣ ਬਾਹਰ ਦਿਲ ਨਹੀਂ ਕਰਦਾ। ਪਰ ਜਦੋਂ ਗੱਡੀ ਨਹੀਂ ਸੀਗੀ, ਬੱਸਾਂ ਤੇ ਸੀਗੇ, ਤਦੋਂ ਗੁਰਦੁਆਰੇ ਪਰਿਵਾਰ ਨੂੰ ਗੋਦੀ ਚੁੱਕ ਕੇ ਵੀ ਆਉਂਦੇ ਸੀਗੇ, ਬਰਫਾਂ 'ਚ ਵੀ ਆਉਂਦੇ ਸੀ। ਅੱਜ ਗੱਡੀਆਂ ਮਿਲ ਗਈ, ਆਲਸ ਆ ਗਿਆ। ਸੋ ਮਹਾਰਾਜ ਕਹਿੰਦੇ ਜਿਹੜਾ ਸੁੱਖ ਹੈ ਨਾ, ਦੁੱਖ ਦਾਰੂ ਸੁੱਖ ਰੋਗ ਪਿਆ। ਜਿਹੜਾ ਦੁੱਖ ਹੁੰਦਾ ਨਾ ਉਹ ਤੇ ਦਾਰੂ ਹੈ, ਦਵਾਈ ਹੈ। ਸੁੱਖ ਹੁੰਦਾ ਨਾ ਉਹ ਬੰਦੇ ਨੂੰ ਰੋਗੀ ਕਰ ਦਿੰਦਾ ਹੈ। ਅੰਤਰ ਥਿਰੋ ਨ ਚਿੰਤ ਕਰਾਰੇ। ਸੱਚੇ ਪਾਤਸ਼ਾਹ ਕਹਿੰਦੇ ਆਪਣੇ ਸਰੂਪ ਦਾ ਧਿਆਨ ਧਰੋ। ਤੁਸੀਂ ਖਾਲਸਾ ਜੀ ਸਰੀਰ ਨਹੀਂ ਹੋ, ਤੁਸੀਂ ਇੰਦਰੀਆਂ ਨਹੀਂ ਹੋ, ਪ੍ਰਾਣ ਨਹੀਂ ਹੋ, ਤੁਸੀਂ ਸ਼ੁੱਧ ਚੇਤਨ ਬ੍ਰਹਮ ਆਤਮਾ ਹੋ। ਅਸੀਂ ਤੁਹਾਨੂੰ ਖਾਲਸਾ ਬਣਾਇਆ। ਆਪਣੇ ਨਿਜ ਸਰੂਪ ਵੱਲ ਧਿਆਨ ਦਿਓ। ਫਿਰ ਮਨ ਭਾਵਤ ਲਿਹੋ ਆਹਾਰੇ। ਆਪਣੇ ਮਨ ਭਾਵਤ ਆਹਾਰ ਕਰ ਲਿਓ, ਕੁਝ ਕੁ ਸਮਾਂ ਕੜਾਕਾ ਕੱਟ ਲਓ। ਸ਼੍ਰੀ ਅਸ ਤੁਝ ਕੀ ਭਿਖਹੁ ਤਮਾਸ਼ੇ। ਅਕਾਲ ਪੁਰਖ ਵਾਹਿਗੁਰੂ ਦੇ ਤਮਾਸ਼ੇ ਨੇ ਖਾਲਸਾ ਜੀ। ਇਹ ਜਗਤ ਦੇ ਅੰਦਰ ਜੋ ਤਮਾਸ਼ਾ ਹੋ ਰਿਹਾ ਨਾ, ਪਹਾੜੀ ਰਾਜਿਆਂ ਨੇ 7 ਮਹੀਨੇ ਤੋਂ ਘੇਰਾ ਪਾਇਆ ਤੁਰਕਾਂ ਨੇ, ਪਰ ਅੰਦਰ ਨਹੀਂ ਆ ਪਾ ਰਹੇ। ਇਹ ਵੀ ਕਰਾਮਾਤ ਹੈ ਮਹਾਰਾਜ ਦੀ। ਅੰਦਰ ਸਿਰਫ ਤਕਰੀਬਨ 200 ਸਿੰਘ ਬੀਬੀਆਂ ਬੱਚੇ ਨੇ, ਪਰ ਬਾਹਰ 2.5-3 ਲੱਖ ਫੌਜ ਕੜੀ ਆ, ਅੰਦਰ ਨਹੀਂ ਆ ਪਾ ਰਹੇ ਕਿਲੇ ਦੇ। ਇਹ ਵੀ ਇੱਕ ਖੇਡ ਹੈ। 7 ਮਹੀਨੇ ਹੋ ਗਏ। ਦੂਜੇ ਪਾਸੇ ਮਹਾਰਾਜ ਕਿਹਾ ਤੁਸੀਂ ਭੁੱਖੇ ਪਾਣੇ ਹੋ, ਕਿਉਂਕਿ ਖਾਲਸਾ ਜੀ ਪਹਿਲੇ ਜਿਹੜਾ 7 ਮਹੀਨੇ ਘੇਰਾ ਰਿਹਾ ਨਾ, ਜਦੋਂ ਮਹਾਪੁਰਸ਼ਾਂ ਕੋਲ ਅਸੀਂ ਕਥਾ ਗੁਰੂ ਕਿਰਪਾ ਦੇ ਨਾਲ ਸਿੱਖਦੇ ਰਹੇ, ਤਦ ਸੰਤ ਬਾਬਾ ਸ਼ੇਰ ਸਿੰਘ ਜੀ ਗਿਆਨੀ ਜੀ ਸਾਨੂੰ ਦੱਸਦੇ ਹੁੰਦੇ ਸੀ। ਕਹਿੰਦੇ ਜਿਹੜੇ ਮਹਾਪੁਰਖਾਂ ਤੋਂ ਉਹਨਾਂ ਨੇ ਅੱਗੇ ਕਥਾ ਸੁਣੀ ਸੀ, ਉਹ ਦੱਸਦੇ ਸੀਗੇ ਪਹਿਲੇ ਤਾਂ ਜਿਹੜਾ ਪ੍ਰਸ਼ਾਦਾ ਸੀ ਨਾ, ਉਹ ਰੋਜ਼ ਬਣਦਾ ਹੁੰਦਾ ਸੀ ਕਿਲੇ ਦੇ ਅੰਦਰ। ਉਪਰੰਤ ਫੇਰ ਜਦੋਂ ਅੰਦਰ ਰਸਤ ਬਸਤ ਘਟ ਗਈ, ਤਾਂ ਪ੍ਰਸ਼ਾਦਾ ਜਿੱਥੇ 3 ਟਾਈਮ ਬਣਦਾ ਸੀ, ਉਹ 1 ਟਾਈਮ ਹੋ ਗਿਆ। 1 ਟਾਈਮ ਪ੍ਰਸ਼ਾਦਾ ਬਣਨਾ। ਉਪਰੰਤ ਫੇਰ ਤੀਜਾ ਚੌਥਾ ਮਹੀਨਾ ਸ਼ੁਰੂ ਹੋਇਆ, ਘੇਰਾ ਬਾਹਰੋਂ ਪਿਆ। ਉਹਨਾਂ ਨੇ ਪਾਣੀ ਦਾ ਵੀ ਬੰਦੋਬਸਤ ਬੰਦ ਕਰਤਾ। ਸਿੰਘ ਅੰਦਰੋਂ ਖੂਹ ਚੋਂ ਪਾਣੀ ਛਕਦੇ, ਤੇ ਅੰਦਰ ਵੀ ਰਸਤ ਬਸਤ ਮਸਤਾਨੀ ਹੋ ਗਈ। 1 ਦਿਨ ਪ੍ਰਸ਼ਾਦਾ ਬਣਦਾ ਹੀ ਨਹੀਂ ਸੀ, ਆਲਟਰਨੇਟ ਡੇਜ਼ ਤੇ ਬਣਦਾ ਸੀ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹ ਕੜਾਕਾ ਸਿੰਘਾਂ ਨੂੰ ਕਟਵਾਇਆ। ਉਪਰੰਤ ਫੇਰ ਜਦੋਂ ਬਿਲਕੁਲ ਹੀ ਪੈਰਾ 6ਵਾਂ 7ਵਾਂ ਮਹੀਨਾ ਸ਼ੁਰੂ ਹੋ ਗਿਆ, ਸਭ ਕੁਝ ਖਤਮ ਹੋ ਗਿਆ। ਬਾਹਰੋਂ ਲੁੱਟਮਾਰ ਵੀ ਨਹੀਂ ਹੋ ਪਾ ਰਹੀ, ਕਿਉਂਕਿ ਬਾਬਾ ਉਦੈ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਉਹ ਹੱਲੇ ਦੇ ਨਾਲ ਰਾਤ ਨੂੰ ਕੋਈ ਤੁਰਕਾਂ ਦੀ ਫੌਜ ਚੋਂ ਅਨਾਜ ਲੁੱਟਮਾਰ ਕਰ ਲਿਆਂਦੇ ਸਨ। ਪਰ ਉਹ ਵੀ ਜਦੋਂ ਔਖਾ ਹੋ ਗਿਆ, ਕਿਉਂਕਿ ਸਿੰਘਾਂ ਦੇ ਸਰੀਰ ਬੇਹਾਲ ਹੋ ਗਏ ਭੁੱਖ ਕਰਕੇ। ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਭੁੱਖ, ਸਿੰਘਨ ਕੋ ਦੋਨੋਂ ਮਿਲੀ ਤਿਨ ਕੋ ਕਹਾਂ ਹੈ ਸੁਖ। ਪੰਥ ਪ੍ਰਕਾਸ਼ ਦੇ ਅੰਦਰ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ, ਬੜੀ ਸੁੰਦਰ ਪੰਕਤੀ ਲਿਖੀ ਹੈ। ਕਹਿੰਦੇ ਅੱਧੀ ਮੌਤ ਮੁਸਾਫਰੀ, ਜਿਹੜਾ ਕੋਈ ਬੰਦਾ ਸਫ਼ਰ ਕਰਦਾ ਨਾ, ਉਹ ਟਾਇਰਡ ਹੋ ਜਾਂਦਾ ਪੂਰਾ। 12-13 ਘੰਟੇ ਜਾਏ ਨਾ, ਜੇ ਆਪਾਂ ਇੱਥੋਂ ਇੰਡੀਆ ਜਹਾਜ਼ ਤੇ ਵੀ ਜਾਈਏ ਨਾ, ਜਦ ਕਿ ਉਹਦੇ ਅੰਦਰ ਸਭ ਕੁਝ ਮੀਲ ਮਿਲਦਾ ਹੈ, ਫਰੂਟ ਮਿਲਦਾ ਹੈ, ਜੂਸ ਮਿਲਦਾ ਹੈ, ਸਭ ਕੁਝ, ਸੀਟਾਂ ਵਧੀਆ ਨੇ, ਸਭ ਕੁਝ ਮਿਲਦਾ ਹੈ, ਹੀਟ ਚੱਲ ਰਹੀ, ਏਸੀ ਹੈ, ਜਦੋਂ ਮਰਜ਼ੀ ਬਟਨ ਦਬਾਈਏ 에ਅਰ ਹੋਸਟਸ ਸਮਾਨ ਦੇ ਦਿੰਦੀ ਹੈ। ਪਰ ਇੰਡੀਆ ਜਾ ਕੇ ਜਾਂ ਇੰਡੀਆ ਤੋਂ ਕੈਨੇਡਾ ਆਈਏ ਤਾਂ ਆਪਾਂ ਥੱਕ ਜਾਂਦੇ ਆ, ਬਹੁਤ ਟਾਇਰਡ ਹੋ ਜਾਂਦੇ ਆ। ਅੱਧੀ ਮੌਤ ਮੁਸਾਫਰੀ, ਪੂਰੀ ਮੌਤ ਭੁੱਖ। ਪਰ ਜੇ ਕਿਸੇ ਨੂੰ ਭੁੱਖ ਲੱਗੇ ਨਾ, ਇੱਕ ਵਾਰੀ ਆਤੁਰ ਹੋ ਜਾਂਦਾ। ਉਹਨੂੰ ਕਹੀਏ ਨਾ ਭੁੱਖੇ ਬੰਦੇ ਨੂੰ ਵੀ ਜਪਜੀ ਸਾਹਿਬ ਦਾ ਪਾਠ ਕਰ ਲੈ, 2 ਟਾਈਮ ਪ੍ਰਸ਼ਾਦਾ ਛਕਿਆ ਹੈ, ਉਹ ਕਹਿੰਦਾ ਬਾਬਾ ਜੀ ਪਹਿਲੇ ਪ੍ਰਸ਼ਾਦਾ ਛਕਾਓ, ਬਾਅਦ ਚੋਂ ਪਾਠ ਕਰਾਂਗੇ। ਪੂਰੀ ਮੌਤ ਭੁੱਖ, ਸਿੰਘਨ ਕੋ ਦੋਨੋਂ ਮਿਲੀ ਤਿਨ ਕੋ ਕਹਾਂ ਹੈ ਸੁਖ। ਸਿੰਘਾਂ ਦੇ ਹਿੱਸੇ ਦੇ ਅੰਦਰ ਖਾਲਸਾ ਜੀ ਦੋਨੋਂ ਹੀ ਆਈਆਂ ਨੇ। ਮੁਸਾਫਰੀ ਤਦੋਂ ਕੀਤੀ ਜਦੋਂ ਜੰਗਲਾਂ ਦੇ ਅੰਦਰ, ਘੱਲੂ ਘਾਰੇ ਦੇ ਅੰਦਰ ਲਖਪਤ ਰਾਏ ਆਪਣੀ ਫੌਜ ਲੈ ਕੇ ਭਰਾ ਦਾ ਬਦਲਾ ਜਸਪਤ ਰਾਏ ਦਾ ਲੈਣ ਦੇ ਲਈ ਸਿੰਘਾਂ ਨੂੰ ਮਾਲਵੇ ਦੇ ਜੰਗਲਾਂ ਦੇ ਅੰਦਰ ਪੈਦਲ ਤੁਰਦੇ ਰਹੇ, ਘੋੜਿਆਂ ਦੀ ਕਾਠੀਆਂ ਦੇ ਸਮਾਂ ਕੱਟਿਆ। ਵੱਡਾ ਘੱਲੂ ਘਾਰਾ ਜਦੋਂ ਹੋਇਆ, ਤੇ ਪੂਰੀ ਮੌਤ ਭੁੱਖ, 7 ਮਹੀਨੇ ਤੋਂ ਹੁਣ ਭੁੱਖੇ ਨੇ। 6ਵਾਂ 7ਵਾਂ ਮਹੀਨਾ ਹੋਇਆ, ਹੁਣ ਖਾਲਸਾ ਜੀ ਪੇੜਾਂ ਦੇ ਪੱਤੇ ਵੀ ਖਾ ਲਏ, ਉਹ ਵੀ ਖਤਮ ਹੋ ਗਏ। 19 ਭੁੱਖ ਸਿੰਘਾਂ ਨੂੰ ਲੱਗੀ ਹੈ।
ਕਹਿਣਾ ਬਹੁਤ ਆਸਾਨ ਹੈ ਖਾਲਸਾ ਜੀ, ਇਹ ਕੜਾਕਾ ਕੱਢਣਾ ਬਹੁਤ ਔਖਾ ਹੈ। ਜੇ ਅਸੀਂ ਇੱਕ ਦਿਨ ਆਪਣੇ ਕੰਮ ਤੇ ਹੀ ਆਪਣਾ ਫੂਡ ਨਾ ਲੈ ਕੇ ਜਾਈਏ ਨਾ, ਇੱਕ ਗੈਪ ਪੈ ਜਾਵੇ 3 ਟਾਈਮ ਦੇ ਖਾਣੇ ਦੇ ਅੰਦਰ, ਸਾਡੀਆਂ ਆਂਤੜੀਆਂ ਇਕੱਠੀਆਂ ਹੋ ਜਾਂਦੀਆਂ ਨੇ। ਖਾਲਸਾ ਜੀ ਉਹ ਗੁਰੂ ਕੇ ਸਿੰਘ ਜਿਹੜੇ 6-6 7-7 ਮਹੀਨੇ ਕਿਲੇ ਦੇ ਅੰਦਰ ਭੁੱਖੇ ਪਿਆਸੇ ਬੈਠੇ ਰਹੇ, ਉਹਨਾਂ ਦੇ ਉੱਤੇ ਇੱਕ ਵਾਰੀ ਝਾਤੀ ਮਾਰੀਏ। ਮਹਾਰਾਜ ਕਹਿੰਦੇ ਸਿੰਘੋ ਥੋੜਾ ਹੋਰ ਸਬਰ ਕਰ ਲਵੋ। ਵਿਵਿਧ ਵਿਧਨ ਕੇ ਅਜਬ ਪ੍ਰਕਾਸ਼ੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਅਸਤੁਜ ਅਕਾਲ ਪੁਰਖ ਵਾਹਿਗੁਰੂ ਦੀ ਖੇਡ ਹੀ ਐਸੀ ਹੈ, ਉਹਦੀ ਰਚਨਾ ਐਸੀ ਹੈ ਬਈ ਹੁਣ ਹੁਕਮ ਹੈ ਐਸਾ, ਬਈ ਹੁਕਮ ਦੇ ਅੰਦਰ ਰਹਿਣਾ ਪੈਣਾ। ਜਦ ਕਿ ਮਹਾਰਾਜ ਨੇ ਕੱਲ ਦੇ ਦੀਵਾਨ 'ਚ ਸਰਵਣ ਕੀਤਾ ਸੀ, ਬਰਜਾ ਰੱਖ ਕੇ ਖੂਹ ਤੇ ਤੇਲ ਪ੍ਰਗਟ ਕਰਤਾ ਸੀ, ਚਾਂਦੇ ਦਾ ਨਾਜ ਵੀ ਪ੍ਰਗਟ ਕਰ ਦਿੰਦੇ, ਪਰ ਕੀ ਹੈ ਹੁਕਮ ਮੰਨ ਰਹੇ ਨੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਤੋਂ ਬਗੈਰ ਜ਼ਿੰਦਗੀ ਅਸੀਂ ਮਖਮਲ ਗੱਦਿਆਂ ਤੇ ਨਹੀਂ, ਸੱਥਰਾਂ ਤੇ ਵੀ ਬਤੀਤ ਕਰ ਲਵਾਂਗੇ, ਜੰਗਲਾਂ ਦੇ ਅੰਦਰ ਬਤੀਤ ਕਰ ਲਵਾਂਗੇ, ਪਰ ਤੇਰੀ ਯਾਦ ਤੋਂ ਬਗੈਰ ਨਹੀਂ। ਇੰਨਾ ਪ੍ਰੇਮ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਕਾਲ ਪੁਰਖ ਵਾਹਿਗੁਰੂ ਨਾਲ, ਆਪਣੇ ਖਾਲਸੇ ਨਾਲ। ਮਹਾਰਾਜ ਕਿਹਾ ਸਿੰਘੋ ਥੋੜਾ ਹੋਰ ਸਮਾਂ ਕੱਟ ਲਵੋ। ਅਵਨੀ ਰਾਜ ਤੇਜ ਬਿਰਧਾਵਨ। ਧਰਤੀ ਦੇ ਉੱਤੇ ਖਾਲਸਾ ਜੀ ਤੁਹਾਡਾ ਰਾਜ ਹੋ ਜਾਵੇ। ਅੱਜ ਖਾਲਸਾ ਜੀ ਉਹ ਰਾਜ ਦੇਖੋ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਕੋਈ ਧਰਤੀ ਦੇ ਜਗ੍ਹਾ ਨਹੀਂ ਜਿੱਥੇ ਗੁਰੂ ਕਾ ਸਿੰਘ ਲੰਗਰ ਨਹੀਂ ਚਲਾਉਂਦਾ। ਨਿਊਜ਼ੀਲੈਂਡ, ਆਸਟ੍ਰੇਲੀਆ, ਅਮਰੀਕਾ, ਕੈਨੇਡਾ, ਇੰਗਲੈਂਡ, ਕਿੱਥੇ ਚਲੇ ਜਾਓ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜੁਗੋ ਜੁਗ ਟਲ ਲੰਗਰ ਚੱਲ ਰਹੇ ਨੇ। ਭਾਰਤ ਦੇ ਕਿਸੇ ਕੋਨੇ 'ਚ ਚਲੇ ਜਾਓ, ਕਿੱਥੇ ਜਾ ਕੇ ਤੁਸੀਂ ਪ੍ਰਸ਼ਾਦਾ ਨਾ ਮਿਲੇ, ਗੁਰਦੁਆਰੇ ਨਿਸ਼ਾਨ ਸਾਹਿਬ ਦੇ ਥੱਲੇ ਜਾ ਕੇ ਗੁਹਾਰ ਪਾਓ, ਲੰਗਰ ਚਾਹੀਦਾ ਹੈ। ਕਿੰਨੇ ਪ੍ਰਕਾਰ ਦੀਆਂ ਸਬਜ਼ੀਆਂ ਵਿਅੰਜਨ ਦੇ ਨਾਲ ਲੰਗਰ ਪ੍ਰਾਪਤ ਹੋ ਜਾਵੇ। ਇਹ ਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਦਾ ਕੜਾਕਾ ਕੱਟਿਆ, ਉਹਦੀ ਬਰਕਤ ਹੈ। ਗੁਰਦੁਆਰਾ ਸਕਾਰਬਰੋ ਵਿਖੇ ਕਈ ਵਾਰੀ ਦੇਖੀਦਾ ਸੰਗਤ ਲੰਗਰ ਦੇ ਅੰਦਰ ਬੜੇ ਪ੍ਰੇਮ ਦੇ ਨਾਲ ਹਾਲ ਭਰਿਆ ਹੁੰਦਾ। ਤਦ ਖਾਲਸਾ ਜੀ ਬੜੀ ਖੁਸ਼ੀ ਵਾਲਾ ਸਮਾਂ ਹੈ ਕਿ ਸਾਡਾ ਸਾਰਾ ਖਾਲਸਾ ਲੰਗਰ ਛਕ ਰਿਹਾ ਹੈ। ਉਸ ਵੇਲੇ ਜ਼ਰੂਰ ਧੰਨਵਾਦ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਿ ਮਹਾਰਾਜ ਤੁਹਾਡੇ ਸਿੰਘਾਂ ਨੇ ਕੜਾਕਾ ਕੱਟਿਆ ਤਾਂ ਸਾਨੂੰ ਇੰਨੇ ਪਿਆਰੇ ਭੋਜਨ ਛਕਣ ਨੂੰ ਮਿਲ ਰਹੇ ਨੇ। ਸੋ ਮਹਾਰਾਜ ਦਾ ਛਕਿਆ ਪ੍ਰਸ਼ਾਦਾ ਸਿੰਘਾਂ ਦਾ ਬਰਕਤ ਦਿੰਦਾ ਹੈ। ਸਿਰ ਛਤਰਨ ਕੇ ਚਰਨ ਟਿਕਾਵਨ। ਮਹਾਰਾਜ ਕਹਿੰਦੇ ਵੱਡੇ ਵੱਡੇ ਛਤਰਪਤੀ ਰਾਜੇ ਸਿੰਘੋ ਤੁਹਾਡੇ ਚਰਨਾਂ 'ਚ ਆ ਕੇ ਝੁਕ ਜਾਣਗੇ, ਪਰ ਕਿਲਾ ਛੱਡੋ ਨਾ, ਆਪਣਾ ਪੜਾ ਨਾ ਛੱਡੋ, ਮੋਰਚਾ ਨਾ ਛੱਡੋ। ਅਲਪ ਬੀਜ ਤੇ ਬਹੁ ਵਿਸਥਾਰਨ। ਸੱਚੇ ਪਾਤਸ਼ਾਹ ਕਹਿੰਦੇ ਆ ਤੇ ਹਜੇ ਮੇਰਾ ਮੁੱਠੀ ਭਰ ਖਾਲਸਾ ਬੀਜ ਹੈ, ਹਜੇ ਅੱਗੇ ਤਾਂ ਬੋੜ ਦਾ ਦਰਖਤ ਤਿਆਰ ਹੋਣਾ। ਖਾਲਸਾ ਜੀ ਹੁਣ ਇਹ ਬੋੜ ਦਾ ਦਰਖਤ ਹੀ ਤਾਂ ਹੈ, ਦੇਸ਼ਾਂ ਵਿਦੇਸ਼ਾਂ 'ਚ ਗੁਰੂ ਕੀ ਸਿੱਖੀ ਪਸਰੀ ਹੈ। ਬਹੁ ਬਿਸਤਰ ਕੋ ਮੂਲ ਉਖਾਰਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਤੁਰਕਾਂ ਦੀ ਜੜਾਂ ਪੱਟ ਦਵਾਂਗੇ। ਇਨਕੇ ਹੇਤ ਤਪਹਿ ਗਨ ਤਪਨੇ। ਇਹਨਾਂ ਦੇ ਤੇ ਤਪਣੇ ਤਪਣਗੇ, ਇਹ ਦੇਖਣਗੇ ਵੀ ਅਸੀਂ ਕੀ ਕਰ ਦਿੱਤਾ। ਜਿਹੜਾ ਵੀ ਗੁਰੂ ਦੇ ਖਾਲਸੇ ਦੇ ਅੱਗੇ ਅੜੇਗਾ, ਅੜੇ ਸੋ ਚੜੇ, ਸ਼ਰਨ ਪਰੇ ਸੋ ਤਰੇ। ਤਪ ਕੋ ਤਪ ਹੈ ਜਾਨ ਹਿਤ ਆਪਣੇ। ਮਹਾਰਾਜ ਕਹਿੰਦੇ ਤੁਹਾਡਾ ਤਪ ਦਾ ਸਮਾਂ ਚੱਲ ਰਿਹਾ। ਖਾਲਸਾ ਜੀ ਜੇ ਕਿਸੇ ਨੇ ਡਾਕਟਰ ਬਣਨਾ ਹੋਵੇ ਨਾ, ਉਹ ਮੈਡੀਕਲ ਦੀ ਪੜ੍ਹਾਈ ਕਰਦਾ ਹੈ, 12th ਤੋਂ ਬਾਅਦ ਮੈਡੀਕਲ ਦੇ ਸਬਜੈਕਟਸ ਲੈਂਦਾ, ਬਾਇਓਲੋਜੀ, ਉਸ ਤੋਂ ਬਾਅਦ 5 ਸਾਲ MBBS, ਫਿਰ MD ਦੀ ਪੜ੍ਹਾਈ, ਬਹੁਤ ਪੜ੍ਹਾਈ ਕਰਦਾ ਹੈ। ਕੋਈ ਦੁਨਿਆਵੀ ਪੜ੍ਹਾਈ ਵੀ ਅਸੀਂ ਕਰਨੀ ਹੈ, ਇੰਜੀਨੀਅਰਿੰਗ ਦੀ ਪੜ੍ਹਾਈ ਕਰਨੀ ਹੈ, ਡਾਕਟਰੇਟ ਕਰਨੀ ਹੈ, ਕੋਈ ਲਾਅ ਕਰਨਾ ਹੈ, ਫਿਲਾਸਫੀ ਕਰਨੀ ਹੈ, ਕੋਈ ਪੜ੍ਹਾਈ ਕਰਨੀ ਹੈ, ਉਹਦੇ ਲਈ ਤਪੱਸਿਆ ਕਰਨੀ ਪੈਂਦੀ ਹੈ। ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜਾ 7 ਮਹੀਨੇ ਦਾ ਘੇਰਾ ਪਿਆ ਨਾ ਬਾਹਰੋਂ, ਤੁਸੀਂ ਕੜਾਕਾ ਕੱਟ ਰਹੇ ਹੋ, ਇਹ ਖਾਲਸਾ ਜੀ ਤਪੱਸਿਆ ਹੈ। ਤਪੱਸਿਆ ਕੇਵਲ ਉਹ ਥੋੜੀ ਹੈ ਜੰਗਲਾਂ ਦੇ ਅੰਦਰ ਕਰਨੀ, ਭੁੱਖੇ ਰਹਿਣਾ। ਤਪੱਸਿਆ ਉਹ ਹੈ ਗੁਰੂ ਦਾ ਹੁਕਮ ਮੰਨ ਕੇ, ਗੁਰੂ ਦੇ ਹੁਕਮ ਦੇ ਅੰਦਰ ਆਪਣਾ ਜੀਵਨ ਬਤੀਤ ਕਰਨਾ। ਗੁਰੂ ਦਾ ਹੁਕਮ ਕੀ ਹੈ? ਕੇਸਾ ਧਾਰੀ ਹੋ ਕੇ 5 ਬਾਣੀਆਂ ਨੂੰ ਜਪਣ ਵਾਲਾ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਦਾ ਖਾਲਸਾ ਤਿਆਰ ਬਰ ਤਿਆਰ ਹੋਵੇ। ਉਹ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ। ਕੇਸਾਂ ਦੀ ਬੇਅਦਬੀ ਨਾ ਕਰੇ ਗੁਰੂ ਕਾ ਸਿੰਘ, ਇਹ ਮਹਾਰਾਜ ਦਾ ਹੁਕਮ ਹੈ। ਇਸ ਹੁਕਮ ਦਾ ਪਾਲਨ ਕਰਨਾ ਵਾਲਾ ਤਪਸਵੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਿਹਾ ਖਾਲਸਾ ਜੀ ਇਹ ਤੁਸੀਂ ਭੁੱਖ ਕੱਟ ਰਹੇ ਹੋ, ਤਪੱਸਿਆ ਕਰ ਰਹੇ ਹੋ।
ਇਤਿਆਦਕ ਕੀਨਸ ਹਮ ਸੰਗ। ਇਸ ਪ੍ਰਕਾਰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਨੇ। ਦੁਖ ਪੈ ਹੈ ਇਹ ਸਭ ਸੁਖ ਭੰਗ। ਮਹਾਰਾਜ ਕਹਿੰਦੇ ਇਹ ਦੁੱਖ ਦਾ ਸਮਾਂ ਹੈ, ਇਹ ਖਤਮ ਹੋ ਜਾਵੇਗਾ, ਭੰਗ ਹੋ ਜਾਵੇਗਾ। ਖਾਲਸਾ ਜੀ ਤੁਹਾਡੇ ਤੇ ਬਹੁਤ ਸੁੱਖ ਆਵੇਗਾ। ਪਲਟਾ ਲਹਿ ਖਾਲਸਾ ਮੇਰਾ। ਮੇਰਾ ਖਾਲਸਾ ਜਦੋਂ ਇਹਨਾਂ ਦੇ ਨਾਲ ਪਲਟਾ ਲਵੇਗਾ ਨਾ, ਬਘੇਲ ਸਿੰਘ, ਬਾਬਾ ਰਣ ਸਿੰਘ, ਬਾਬਾ ਬਾਜ ਸਿੰਘ ਜਦੋਂ ਦਿੱਲੀ ਦੇ ਤਖਤ ਤੇ ਬੈਠਣਗੇ, ਕੇਤਕ ਦਿਨ ਮਹਿ ਬੜੀ ਨਾ ਦੇਰਾ। ਸੱਚੇ ਪਾਤਸ਼ਾਹ ਕਹਿੰਦੇ ਉਹ ਦਿਨ ਦੂਰ ਨਹੀਂ ਜਦੋਂ ਦਿੱਲੀ ਦੇ ਤਖਤ ਦੇ ਉੱਤੇ ਖਾਲਸੇ ਦਾ ਝੰਡਾ ਝੂਲੇਗਾ। ਖਾਲਸਾ ਜੀ ਜਦੋਂ ਅਸੀਂ ਵਿਦਿਆ ਪੜ੍ਹਦੇ ਹੁੰਦੇ ਸੀ ਨਾ, ਤੇ ਸਾਨੂੰ ਬਾਬਾ ਜੀ ਪੜ੍ਹਾਉਂਦੇ ਹੁੰਦੇ, ਭਵਿੱਖਿਤ ਵਾਕ ਇੱਕ ਸੰਨਿਆਸੀ ਦੇ ਪੜ੍ਹਾਉਂਦੇ ਸੀਗੇ। ਜਦੋਂ ਅਸੀਂ ਆਪਣੇ ਪੜ੍ਹਾਈ ਤੋਂ ਪੂਰੇ ਹੋ ਜਾਣਾ, ਉਹਦੇ ਅੰਦਰ ਇੱਕ ਬਚਨ ਦਾਸ ਨੂੰ ਚੇਤੇ ਹੈ, ਗਿਆਨੀ ਜੀ ਪੜ੍ਹਾਉਂਦੇ ਹੁੰਦੇ ਸੀ, ਕਹਿੰਦੇ ਦਿੱਲੀ ਦੇ ਅੰਦਰ 1 ਸਾਲ ਢੋਲਕੀ ਵੱਜੇਗੀ, ਕੀਰਤਨ ਹੋਵੇਗਾ। ਉਹ ਸਮਾਂ ਖਾਲਸਾ ਜੀ ਦੇਖੋ ਆ ਗਿਆ। ਕਿਸੇ ਮਹਾਤਮਾ ਸੰਨਿਆਸੀ ਨੇ, ਸਨਾਤਨ ਧਰਮ ਦੇ ਹਿੰਦੂ ਮਹਾਪੁਰਸ਼ ਨੇ ਬਚਨ ਲਿਖੇ ਸੀ ਗ੍ਰੰਥ ਦੇ ਅੰਦਰ, ਕਹਿੰਦੇ 1 ਸਾਲ ਦਿੱਲੀ ਦੀ ਧਰਤੀ ਤੇ ਢੋਲਕੀ ਵੱਜੇਗੀ ਲਗਾਤਾਰ, ਆਸਮਾਨ ਨੀਲੀ ਛੱਤ ਦੇ ਥੱਲੇ। ਉਹ ਖਾਲਸਾ ਜੀ ਬਚਨ ਫਾਰਮਰ ਪ੍ਰੋਟੈਸਟ ਦੇ ਅੰਦਰ ਦਿਨ ਰਾਤ ਕੀਰਤਨ ਹੁੰਦਾ ਰਿਹਾ, ਬਾਣੀ ਚਲਦੀ ਰਹੀ। ਸੋ ਖਾਲਸਾ ਜੀ, ਗੁਰੂ ਕਾ ਖਾਲਸਾ ਜਿਹੜਾ ਹੈ, ਮਹਾਰਾਜ ਕਹਿੰਦੇ ਉਹਦਾ ਬੜਾ ਤੇਜ ਤਪ, ਤੇਜ ਪ੍ਰਤਾਪ ਹੋਵੇਗਾ। ਤੇ ਖਾਲਸਾ ਜੀ ਹੁਣੇ ਤੁਸੀਂ ਥੋੜਾ ਜਿਹਾ ਸਬਰ ਰੱਖੋ। ਦਗਾ ਬੁਰਾ ਸਿੰਘੋ ਨਹਿ ਕਰੀਏ। ਖਾਲਸਾ ਜੀ ਅਸੀਂ ਤੁਹਾਨੂੰ ਸਿੱਖਿਆ ਦਿੰਨੇ ਆ। ਸੰਗਤ ਜੀ ਇਹ ਸਾਡੇ ਸਾਰਿਆਂ ਦੇ ਕਮਾਣ ਵਾਲੀ ਸਿੱਖਿਆ ਹੈ। ਮੈਂ ਵੀ ਵਕਤਾ ਬਣ ਕੇ ਬੋਲ ਰਿਹਾ, ਮੇਰੇ ਵੀ ਕਮਾਣ ਲਈ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸਤਿਕਾਰਯੋਗ ਗੁਰੂ ਕੀ ਸੰਗਤ ਗੁਰੂ ਰੂਪ ਬੈਠੀ ਹੈ, ਉਹ ਵੀ ਕਮਾਣ ਵਾਲਾ ਬਚਨ ਹੈ। ਭਾਈ ਸਾਹਿਬ ਦੁਬਾਰਾ ਪੜ੍ਹਦੇ ਨੇ, ਇਹ ਪੰਕਤੀ ਨੂੰ ਧਿਆਨ ਨਾਲ ਸੁਣੀਏ। ਦਗਾ ਬੁਰਾ ਸਿੰਘੋ ਨਹਿ ਕਰੀਏ। ਆਖਣਾ ਕਰੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਕਦੇ ਵੀ ਕਿਸੇ ਨਾਲ ਦਗਾ ਨਹੀਂ ਕਰਨਾ, ਧੋਖਾ ਨਹੀਂ ਕਰਨਾ। ਉਹ ਮੇਰਾ ਸਿੰਘ ਹੋਏਗਾ ਨਾ, ਉਹ ਦਗਾ ਨਹੀਂ ਕਰੇਗਾ। ਜਿਹੜਾ ਮੇਰਾ ਸਿੱਖ ਹੈ ਨਾ, ਉਹ ਕਦੇ ਕਿਸੇ ਨਾਲ ਧੋਖਾ ਨਹੀਂ ਕਰੇਗਾ। ਰਣ ਮਹਿ ਲੜਤੇ ਸ਼ਤਰ ਸੰਘਰੀਏ। ਮਹਾਰਾਜ ਕਹਿੰਦੇ ਜੰਗ ਲੜ ਲਓ, ਜੰਗ ਦੇ ਅੰਦਰ ਮਰਨਾ ਪ੍ਰਵਾਨ ਕਰ ਲਓ, ਮੇਰੇ ਕੋਲ ਸੱਚਖੰਡ ਪਹੁੰਚੋਗੇ, ਪਰ ਕਦੇ ਵੀ ਕਿਸੇ ਬੰਦੇ ਦੇ ਨਾਲ ਧੋਖਾ ਨਾ ਕਰਨਾ। ਮੇਰੀ ਪਿੱਠ ਹੋ ਜਾਵੇਗੀ ਤੁਹਾਡੇ ਵੱਲ। ਹੇ ਸਿੰਘੋ, ਅਸੀਂ ਤੁਹਾਨੂੰ ਅੱਜ ਵਾਲੇ ਜਿਹੜਾ ਪੂਰਾ ਵਾਕਾ ਹੋਇਆ ਨਾ ਅੱਜ ਵਾਲਾ, ਵੀ ਪਹਾੜੀ ਰਾਜਿਆਂ ਨੇ ਮਹਾਰਾਜ ਦਾ ਧਨ ਲੁੱਟਣ ਦੀ ਕੋਸ਼ਿਸ਼ ਕਰੀ, ਦਗਾ ਕੀਤਾ ਨਾ, ਮਹਾਰਾਜ ਸਿੱਖਿਆ ਦੇ ਰਹੇ ਨੇ ਸਾਖੀ ਤੋਂ, ਖਾਲਸਾ ਜੀ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ। ਜੇ ਅਸੀਂ ਨਹੀਂ ਧੋਖਾ ਕਰਾਂਗੇ, ਸਾਡੇ ਬੱਚੇ ਵੀ ਧੋਖਾ ਨਹੀਂ ਕਰਨਗੇ, ਗਾਹਾਂ ਉਹਨਾਂ ਦੇ ਬੱਚੇ ਨਹੀਂ ਕਰਨਗੇ। ਅੱਜ ਅਸੀਂ ਜਦੋਂ ਆਪਣੇ ਕੰਮਾਂ ਤੇ ਜਾਂਦੇ ਆ ਨਾ, ਗੋਰੇ ਦੇਖ ਕੇ ਹੈਰਾਨ ਹੋ ਜਾਂਦੇ ਨੇ, ਕਹਿੰਦੇ ਵੀ ਅਸੀਂ ਤਾਂ ਇੱਕ ਘਰ ਵਾਲੀ ਦੇ ਨਾਲ ਰਹਿ ਨਹੀਂ ਸਕਦੇ, ਪਰ ਗੁਰੂ ਕਾ ਖਾਲਸਾ, ਖਾਲਸਾ ਜੀ ਏਕਾ ਨਾਰੀ ਜਤੀ ਬਖਾਨਾ, ਉਹ ਹੈਰਾਨ ਹੁੰਦੇ ਨੇ। ਉਹ ਦੇਖ ਕੇ ਹੈਰਾਨ ਹੁੰਦੇ ਨੇ। ਅਸੀਂ ਆਪਣਾ ਫੂਡ ਸ਼ੇਅਰ ਕਰਦੇ ਆ, ਕਿਉਂਕਿ ਸਾਨੂੰ ਗੁਰੂ ਨਾਨਕ ਸਾਹਿਬ ਨੇ ਵੰਡ ਕੇ ਛਕਣ ਦਾ ਸਿਧਾਂਤ ਦਿੱਤਾ ਹੈ। ਗੋਰੇ ਹੈਰਾਨ ਹੋ ਜਾਂਦੇ ਨੇ ਵੀ ਤੁਸੀਂ ਧੂਆਂ ਨਹੀਂ ਪੀਂਦੇ, ਜਗਤ ਜੂਠ ਸਿਗਰਟ ਨਹੀਂ ਪੀਂਦੇ, ਪਰ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਦਿੱਤਾ ਹੈ ਕਿ ਪਾਣੀ ਤਾਂ ਕਿ ਹੱਥ ਕਾ ਮਦਰਾ ਸਮ ਹੋਏ ਜਾਏ। ਬਈ ਗੁਰੂ ਕਾ ਖਾਲਸਾ ਦੇ ਤੰਬਾਕੂ ਖਾਣ ਵਾਲੇ ਦੇ ਹੱਥ ਦਾ ਪਾਣੀ ਵੀ ਨਹੀਂ ਪੀਂਦਾ, ਬਈ ਉਹਨੂੰ ਦੇਖਣਾ ਤੇ ਬੜੀ ਦੂਰ ਦੀ ਗੱਲ ਹੈ। ਉਹ ਹੈਰਾਨ ਹੁੰਦੇ ਨੇ ਦੇਖ ਦੇਖ ਕੇ। ਮੇਰੇ ਵੀ ਕੰਮ ਤੇ ਬਹੁਤ ਨੇ ਗੋਰੇ, ਉਹ ਦੇਖ ਕੇ ਹੈਰਾਨ ਹੁੰਦੇ ਨੇ। ਉਹ ਕਈ ਵਾਰੀ ਜਾਣ ਕੇ ਛੇੜਦੇ ਵੀ ਨੇ, ਬਈ ਤੁਸੀਂ ਕਿੱਦਾਂ ਕਰ ਲੈਂਦੇ ਹੋ। ਉੱਥੇ ਖਾਲਸਾ ਜੀ ਇੱਕੋ ਹੀ ਜਵਾਬ ਦੇਣਾ ਹੈ, ਅਸੀਂ ਸਾਨੂੰ ਇਹ ਸਾਰੀ ਬਖਸ਼ਿਸ਼ਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਿੱਤੀਆਂ। ਇਹ ਸਾਰੀ ਬਖਸ਼ਿਸ਼ਾਂ ਗੁਰੂ ਨਾਨਕ ਸਾਹਿਬ ਨੇ ਦਿੱਤੀਆਂ ਨੇ। ਇਹ ਸਾਰੀ ਬਖਸ਼ਿਸ਼ਾਂ ਅਕਾਲ ਪੁਰਖ ਵਾਹਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਿੱਤੀਆਂ ਨੇ। ਇਹ ਉਹਨਾਂ ਦੀ ਬਖਸ਼ਿਸ਼ਾਂ ਨੇ ਕਿ ਸਾਡੀ ਚੜ੍ਹਦੀ ਕਲਾ ਹੈ, ਗੁਰੂ ਖਾਲਸੇ ਦੀ ਚੜ੍ਹਦੀ ਕਲਾ ਹੈ। ਮਾਤਾ ਆਦ ਲੋਕ ਸਭ ਘਰ ਕੇ। ਹੁਣ ਸਾਰਿਆਂ ਨੂੰ ਮਹਾਰਾਜ ਨੇ ਇੱਕ ਵਾਰੀ ਸ਼ਾਂਤ ਕਰ ਦਿੱਤਾ। ਮਹਾਰਾਜ ਨੇ ਕਿਹਾ ਹੁਣ ਤੁਸੀਂ ਦੇਖ ਲਿਆ ਨਾ, ਤੁਰਕਾਂ ਨੇ ਦਗਾ ਕਮਾਇਆ, ਮਾਤਾ ਗੁਜਰੀ ਜੀ ਨੂੰ ਵੀ ਦਿਖਾ ਦਿੱਤਾ ਤੇ ਸਿੰਘਾਂ ਨੂੰ ਵੀ। ਗੁਰ ਪਰ ਸਿਦਕ ਧਰਿਓ ਹਿਤ ਧਰ ਕੇ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਗੁਰੂ ਦੇ ਖਾਲਸੇ ਨੇ ਸਿਦਕ ਰੱਖਣਾ ਹੈ, ਗੁਰੂ ਤੇ ਭਰੋਸਾ ਰੱਖਣਾ ਹੈ। ਜਿਹੜਾ ਵਿਅਕਤੀ ਗੁਰੂ ਤੇ ਭਰੋਸਾ ਰੱਖਦਾ ਨਾ, ਖਾਲਸਾ ਜੀ ਉਹਦੇ ਸਾਰੇ ਹੀ ਕਾਜ ਸਿੱਧ ਹੋ ਜਾਂਦੇ ਨੇ। ਭੱਟਾਂ ਨੇ ਸਵਈਆਂ 'ਚ ਲਿਖਿਆ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਲੱਖਾਂ ਬਾਹਾਂ ਤੇਰੇ ਉੱਤੇ ਚੜ ਕੇ ਆ ਜਾਣ ਸ਼ਸਤਰਾਂ ਵਾਲੀਆਂ, ਜੇ ਗੁਰੂ ਪਾਤਸ਼ਾਹ ਤੇਰੇ ਵੱਲ ਨੇ ਨਾ, ਤੇ ਤੈਨੂੰ ਕੋਈ ਦੁਨੀਆ ਦੀ ਤਾਕਤ ਛੂ ਨਹੀਂ ਸਕਦੀ। ਜਾਮ ਗੁਰੂ ਹੋਏ ਵੱਲ ਤਨਹਿ ਕਿਆ ਗਰਭ ਦੀਜੈ। ਧਨ ਬੜੇ ਜ਼ਿਆਦਾ ਤੇਰੇ ਕੋਲ ਹੋ ਜਾਏ, ਪਰ ਧਨ ਦਾ ਤੈਨੂੰ ਗਰਭ ਨਹੀਂ ਹੋ ਸਕਦਾ।
ਜੇ ਗੁਰੂ ਪਾਤਸ਼ਾਹ ਦੀ ਬਾਣੀ ਤੇਰੇ ਹਿਰਦੇ ਵਿੱਚ ਹੈ। ਕਹਿਓ ਗੁਰੂ ਕੋ ਸਾਚੋ ਜਾਣਿਓ। ਸੱਚੇ ਪਾਤਸ਼ਾਹ ਮਹਾਰਾਜ ਦਾ ਬਚਨ ਸਾਰੇ ਇਸ ਪ੍ਰਕਾਰ ਖਾਲਸੇ ਨੇ ਸੱਚ ਕਰਕੇ ਮੰਨਿਆ ਬਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਬੜੀ ਵੱਡੀ ਮੁਸੀਬਤ ਤੋਂ ਬਚਾ ਲਿਆ, ਬੜੀ ਵੱਡੀ ਆਫਤ ਤੋਂ ਬਚਾ ਲਿਆ। ਅਸੀਂ ਤਾਂ ਆਪਣੇ ਜਾਨ ਗਵਾ ਬੈਠਦੇ ਜੇ ਗੁਰੂ ਦਾ ਬਚਨ ਨਾ ਮੰਨਦੇ। ਸੋ ਸਾਰੇ ਸਿੰਘ ਸ਼ਾਂਤ ਹੋ ਗਏ, ਪਰ ਖਾਲਸਾ ਜੀ ਗਿਆਨ ਦਾ ਉਪਦੇਸ਼ ਖਾਲੀ ਪੇਟ ਦੇ ਉੱਤੇ ਅਸਰ ਨਹੀਂ ਕਰ ਪਾਉਂਦਾ। ਹੁਣ ਅਸੀਂ ਕੱਲ ਦੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ 2-3 ਦਿਨ ਤਾਂ ਸਿੰਘ ਕੱਟ ਗਏ, ਪਰ ਭੁੱਖ ਨੇ ਆਤੁਰ ਕਰਕੇ ਸਿੰਘਾਂ ਨੂੰ ਮਾਤਾ ਗੁਜਰੀ ਨੂੰ ਫੇਰ ਪ੍ਰੇਰਿਤ ਕਰਨਗੇ। ਉਹ ਬਚਨ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਸਮੇਂ ਵਧੀਕ ਹੋ ਗਿਆ, ਮਾਫੀ ਚਾਹੁੰਦੇ ਆ ਜੀ। हे गोविंद हे गोपाल हे दयाल लाल, प्राणनाथ नासखे दीन दर्द निवार। हे समर्थ अगम पूर्ण मोहे मया तार, अंधकूप महाभयान नानक पार उतार। आए प्रभु शरणागति कृपा नित दयाल, एक अखर हर मन वस्त नानक होत निहाल। फाहे काटे मिटे गवन फतेह पई मन जीत, नानक गुर ते थित पाई फिर न मिटे नित नीत। वाहिगुरु जी का खालसा, वाहिगुरु जी की फतेह।